ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਦਾ ਤੁਸੀਂ ਸਾਰੇ ਵਧੀਆ ਅਤੇ ਠੀਕ-ਠਾਕ ਹੋਵੋਗੇ ਅਤੇ ਤੁਹਾਡੇ ਆਪਣੇ ਐਗਜ਼ਾਮ ਚਾਹੇ ਸੀਟੈਟ ਹੋਵੇ ਜਾਂ ਪੀਐਸਟੈਟ ਹੋਵੇ, ਉਸ ਦੀ ਤਿਆਰੀ ਵਧੀਆ ਜਾਰੀ ਹੋਏਗੀ। ਸੋ ਅੱਜ ਦੀ ਅਸੀਂ ਇਸ ਵੀਡੀਓ ਦੇ ਵਿੱਚ ਮੈਥਮੈਟਿਕਸ ਦਾ ਤਾਂ ਅਸੀਂ ਸਿਲੇਬਸ ਕਵਰ ਕਰ ਹੀ ਰਹੇ ਹਾਂ। ਜਿਵੇਂ ਸਾਡੇ ਹੁਣ ਤੱਕ 17 ਪਾਰਟ ਹੋ ਚੁੱਕੇ ਨੇ, ਜਿਸ ਦੇ ਵਿੱਚ ਅਸੀਂ ਸਿਲੇਬਸ ਦੇ ਅਕੋਰਡਿੰਗ ਬਹੁਤ ਸਾਰਾ ਪੋਰਸ਼ਨ ਕਵਰ ਕਰ ਲਿਆ। ਇਹ ਮੰਨ ਕੇ ਚੱਲੋ ਕਿ 70% ਤੋਂ ਅਸੀਂ ਅੱਗੇ ਚਲੇ ਗਏ। ਅਰਾਊਂਡ 75% ਤੁਸੀਂ ਕਹਿ ਸਕਦੇ ਹੋ ਕਿ ਸਾਡਾ ਸਿਲੇਬਸ ਜਿਹੜਾ ਮੈਥ ਉਹ ਕੰਪਲੀਟ ਹੋ ਚੁੱਕਾ ਹੈਗਾ। ਸੋ ਬਹੁਤ ਜਲਦ ਜਿਹੜਾ ਇਹ ਕੋਰਸ ਹੈ ਕੰਪਲੀਟ ਹੋ ਜਾਏਗਾ ਮੈਥਮੈਟਿਕਸ ਦਾ। ਸੋ ਬਟ ਮੈਥ ਦੀ ਪੈਡਾਗੋਜੀ ਵੀ ਬੜੀ ਇੱਕ ਇੰਪੋਰਟੈਂਟ ਰੋਲ ਪਲੇ ਕਰਦੀ ਹੈ। ਸੋ ਇਹਦਾ ਉਹ ਪੈਡਾਗੋਜੀ ਦਾ ਪਹਿਲਾ ਪਾਰਟ ਹੋਏਗਾ ਇਹਦਾ ਮੈਥ ਦੀ ਪੈਡਾਗੋਜੀ ਦਾ। ਸੋ ਅਗਰ ਤੁਸੀਂ ਪਹਿਲਾਂ ਵਾਲੇ 17 ਪਾਰਟ ਜਿਸ ਦੇ ਵਿੱਚ ਅਸੀਂ ਮੈਥਮੈਟਿਕਸ ਦੇ ਵੱਖ-ਵੱਖ ਟੌਪਿਕ ਕਵਰ ਕੀਤੇ ਨੇ ਉਹ ਨਹੀਂ ਦੇਖੇ ਤਾਂ ਉੱਪਰ ਆਈ ਬਟਨ ਤੇ ਪਲੇਲਿਸਟ ਜਾਂ ਕਹਿ ਲਓ ਵੀਡੀਓਜ਼ ਦਾ ਲਿੰਕ ਆ ਰਿਹਾ ਹੋਏਗਾ, ਉਹ ਤੁਸੀਂ ਉੱਥੇ ਦੇਖ ਸਕਦੇ ਹੋ। ਇਸ ਤੋਂ ਇਲਾਵਾ ਇਸ ਚੈਨਲ ਦੇ ਉੱਪਰ ਸੀਡੀਪੀ, ਇੰਗਲਿਸ਼ ਪੈਡਾਗੋਜੀ, ਇਹ ਦੋਵੇਂ ਚੀਜ਼ਾਂ ਬਿਲਕੁਲ ਕੰਪਲੀਟ ਹੋ ਚੁੱਕੀਆਂ ਨੇ। ਸੀਡੀਪੀ ਨੂੰ 38 ਵੀਡੀਓਜ਼ ਦੇ ਵਿੱਚ ਕੰਪਲੀਟ ਕੀਤਾ ਗਿਆ, ਉਸ ਤੋਂ ਬਾਅਦ 5-6 ਵੀਡੀਓ ਐਮਸੀਕਿਊ ਦੀਆਂ ਆ ਗਈਆਂ ਨੇ। ਇਸ ਤੋਂ ਇਲਾਵਾ ਇੰਗਲਿਸ਼ ਪੈਡਾਗੋਜੀ ਨੂੰ 11 ਵੀਡੀਓਜ਼ ਦੇ ਵਿੱਚ ਕੰਪਲੀਟ ਕਰਕੇ ਹੁਣ 3-4 ਵੀਡੀਓ ਆਪਾਂ ਮੋਸਟ ਇੰਪੋਰਟੈਂਟ ਜਿਹੜੇ ਐਮਸੀਕਿਊ ਨੇ ਉਹਨਾਂ ਦੀਆਂ ਲਗਾਵਾਂਗੇ। ਸੋ ਇਹ ਦੋਨੋਂ ਦੇ ਦੋਨੋਂ ਜੋ ਟੌਪਿਕ ਨੇ ਪੋਰਸ਼ਨ ਨੇ ਕੰਪਲੀਟ ਹੋ ਚੁੱਕੇ ਨੇ, ਸੀਡੀਪੀ ਐਂਡ ਇੰਗਲਿਸ਼ ਪੈਡਾਗੋਜੀ। ਈਵੀਐਸ ਦੀਆਂ ਵੀ ਸਾਡੀਆਂ 22-23 ਵੀਡੀਓਜ਼ ਆਈ ਥਿੰਕ ਹੋ ਚੁੱਕੀਆਂ ਨੇ, ਜਿਸ ਦੇ ਵਿੱਚ ਅਸੀਂ ਪੈਡਾਗੋਜੀ ਵੀ ਕਵਰ ਕਰ ਰਹੇ ਹਾਂ ਤੇ ਨਾਲ ਦੀ ਨਾਲ ਥਿਊਰੀ ਵਾਲਾ ਪੋਰਸ਼ਨ ਵੀ ਕਵਰ ਕਰ ਰਹੇ ਹਾਂ। ਸੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਈਵੀਐਸ ਐਂਡ ਮੈਥਮੈਟਿਕਸ ਨੂੰ ਮੈਂ 15 ਤੋਂ 20 ਤਰੀਕ ਦੇ ਵਿੱਚ ਇਹ ਲਾ ਲਓ ਕਿ ਮੈਂ ਕੰਪਲੀਟ ਕਰ ਦਿਆਂਗਾ। ਉਸ ਤੋਂ ਬਾਅਦ ਤਾਂ ਕਿ ਤੁਹਾਨੂੰ ਜੋ ਬਾਕੀ ਰਿਵੀਜ਼ਨ ਨੂੰ ਸਮਾਂ 10 ਦਿਨ ਪ੍ਰੋਪਰ ਵੇ ਨਾਲ ਮਿਲ ਜੇ। ਹਾਂ, ਮੈਥ ਦੀ ਪੈਡਾਗੋਜੀ ਬੜੀ ਇੰਪੋਰਟੈਂਟ ਹੈ ਜੀ, ਕਿਉਂਕਿ ਬਹੁਤ ਸਾਰੇ ਕੁਐਸਚਨ ਇਹਦੇ ਵਿੱਚੋਂ ਰਿਪੀਟ ਹੀ ਹੋ ਕੇ ਆਪਾਂ ਨੂੰ ਆਉਂਦੇ ਆ ਪੇਪਰ ਦੇ ਵਿੱਚ। ਜਿਸ ਤਰੀਕੇ ਨਾਲ ਪਹਿਲਾ ਕੁਐਸਚਨ ਹੈ, ਦੇਖ ਸਕਦੇ ਹੋ ਤੁਸੀਂ ਸਕਰੀਨ ਦੇ ਉੱਪਰ, ਦਾ ਮੋਸਟ ਇੰਪੋਰਟੈਂਟ ਕੁਐਸਚਨ ਇਨ ਮੈਥਸ ਪੈਡਾਗੋਜੀ, ਦ ਨੈਸ਼ਨਲ ਮੈਥਮੈਟਿਕਸ ਡੇ ਇਜ਼ ਸੈਲੀਬ੍ਰੇਟਡ ਔਨ। ਕਹਿੰਦੇ ਰਾਸ਼ਟਰੀ ਜੋ ਗਣਿਤ ਦਿਵਸ ਹੈ ਨਾ, ਉਹ ਕਦੋਂ ਮਨਾਇਆ ਜਾਂਦਾ ਹੈ? ਪਹਿਲੀ ਆਪਸ਼ਨ ਹੈ 21 ਦਸੰਬਰ, ਫਿਰ 22 ਦਸੰਬਰ, ਫਿਰ 21 ਜਨਵਰੀ, ਫਿਰ 22 ਨਵੰਬਰ। ਤਾਂ ਦੇਖੋ ਇੱਕ ਇਦਾਂ ਦਾ ਕੁਐਸਚਨ ਹੈ ਕਿ ਜੋ ਕਿ ਕਈ ਵਾਰ ਆਈ ਥਿੰਕ 3 ਵਾਰ ਤਾਂ ਮੈਂ ਦੇਖਿਆ ਇਹਨਾਂ ਨੂੰ ਕਿ ਬਾਰ-ਬਾਰ ਪੇਪਰ ਦੇ ਵਿੱਚ ਰਿਪੀਟ ਹੋਇਆ ਇਹ ਮੈਥ ਵਾਲੇ ਪੋਰਸ਼ਨ ਦੇ ਵਿੱਚ, ਮੈਥਸ ਪੈਡਾਗੋਜੀ ਦੇ ਵਿੱਚ। ਤੁਸੀਂ ਖੁਦ ਵੀ ਪੇਪਰ ਚੈੱਕ ਕਰ ਸਕਦੇ ਹੋ। ਤਾਂ ਇਹ ਤੁਸੀਂ ਯਾਦ ਰੱਖਣਾ ਜੀ ਕਿ 22 ਦਸੰਬਰ ਨੂੰ ਮਨਾਇਆ ਜਾਂਦਾ ਹੈਗਾ ਨੈਸ਼ਨਲ ਮੈਥਮੈਟਿਕਸ ਡੇ। ਠੀਕ ਹੈ, ਅਗਰ ਤੁਹਾਨੂੰ ਇਸ ਦੇ ਉਲਟ ਇੰਟਰਨੈਸ਼ਨਲ ਆ ਜੇ ਤਾਂ ਇੰਟਰਨੈਸ਼ਨਲ ਮੈਥਮੈਟਿਕਸ ਡੇ ਜਿਹੜਾ ਹੈਗਾ, ਮੈਂ ਲਿਖ ਦਿੰਦਾ ਇੱਥੇ, ਸ਼ਾਰਟ ਫਾਰਮ ਹੀ ਲਿਖ ਦਿੰਦਾ। ਆਈ ਦਾ ਮਤਲਬ ਯਾਦ ਰੱਖਿਓ ਇੰਟਰਨੈਸ਼ਨਲ, ਠੀਕ ਹੈ, ਮੈਥਮੈਟਿਕਸ ਡੇ, IMD ਪਾ ਦਿੰਦਾ ਮੈਂ, ਫੁੱਲ ਫਾਰਮ ਵੈਸੇ ਤੁਸੀਂ ਆਪਦੇ ਆਪ ਬਣਾ ਲਿਓ। ਇੰਟਰਨੈਸ਼ਨਲ ਤਾਂ ਉਹ ਮਨਾਇਆ ਜਾਂਦਾ ਜੀ 14 ਮਾਰਚ ਨੂੰ, ਹੈ ਨਾ, ਜੋ ਕਿ ਪੂਰੇ ਸੰਸਾਰ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾਂਦਾ 14 ਮਾਰਚ ਨੂੰ, ਠੀਕ ਹੈ, 14 ਮਾਰਚ। ਇਸ ਤੋਂ ਇਲਾਵਾ ਇੱਕ ਤੁਹਾਨੂੰ ਇੱਥੋਂ ਕੁਐਸਚਨ ਹੋਰ ਵੀ ਫਰੇਮ ਹੋ ਸਕਦਾ ਪੇਪਰ ਦੇ ਵਿੱਚ ਕਿ 22 ਦਸੰਬਰ ਨੂੰ ਨੈਸ਼ਨਲ ਮੈਥਮੈਟਿਕਸ ਡੇ ਮਨਾਇਆ ਜਾਂਦਾ ਤਾਂ ਮਤਲਬ ਕਿਹਦੀ ਯਾਦ ਦੇ ਵਿੱਚ, ਹੈ ਨਾ? ਜਿਵੇਂ ਆਪਾਂ 14 ਨਵੰਬਰ ਨੂੰ ਮਨਾਉਣੇ ਆ ਚਿਲਡਰਨ ਡੇ ਜਿਹੜਾ ਹੈਗਾ ਬੱਚਿਆਂ ਦਾ, ਤਾਂ ਉਹਨੂੰ ਪੰਡਿਤ ਨਹਿਰੂ ਜੀ ਨਾਲ ਜੋੜਿਆ ਜਾਂਦਾ ਹੈਗਾ। ਸੋ ਇਸ ਤਰੀਕੇ ਨਾਲ ਕਿ ਜੋ 22 ਦਸੰਬਰ ਨੂੰ ਜੋ ਨੈਸ਼ਨਲ ਮੈਥਮੈਟਿਕਸ ਡੇ ਹੈ, ਠੀਕ ਹੈ, ਮਤਲਬ ਇਹਦੇ ਪਿੱਛੇ ਕਾਰਨ ਕੀ ਹੈ ਨਾ, ਕਿਹਨਾਂ ਦੀ ਯਾਦ ਦੇ ਵਿੱਚ? ਤਾਂ ਬਹੁਤ ਇੰਪੋਰਟੈਂਟ ਮੈਥਮੈਟੀਸ਼ੀਅਨ ਨੇ ਜਿਨ੍ਹਾਂ ਦਾ ਨਾਮ ਹੈ ਜੀ ਸ਼੍ਰੀ ਨਿਵਾਸਨ। ਠੀਕ ਹੈ, ਇੱਥੇ ਨਾਮ ਜ਼ਰੂਰ ਨੋਟ ਕਰ ਲਿਓ, ਸ਼੍ਰੀ NI ਨਿਵਾਸਨ ਰਾਮਾਨੁੰਜਨ। ਇਹ ਨਾਮ ਤੁਸੀਂ ਜ਼ਰੂਰ ਸੁਣਿਆ ਹੋਊਗਾ ਜੀ, ਰਾਮਾਨੁੰਜਨ। ਇਹ ਜ਼ਰੂਰ ਸ਼ਬਦ ਬਾਰ-ਬਾਰ ਪੇਪਰ ਦੇ ਵਿੱਚ ਆਉਂਦੇ ਰਹਿੰਦੇ ਆ, ਈਵਨ ਕਿ ਬੱਚਿਆਂ ਦੇ ਮੈਥ ਦੇ ਵਿੱਚ ਵੀ ਇਹ ਹੁੰਦੇ ਆ, ਸ਼੍ਰੀ ਨਿਵਾਸਨ ਰਾਮਾਨੁੰਜਨ। ਠੀਕ ਹੈ, ਸੋ ਇਹਨਾਂ ਦੇ ਇੱਕ ਤਰ੍ਹਾਂ ਦੇ ਯਾਦ ਦੇ ਵਿੱਚ ਜਿਹੜਾ ਹੈਗਾ ਇਹ ਵਾਲਾ ਜੋ ਡੇ ਹੈ 22 ਦਸੰਬਰ ਨੂੰ ਨੈਸ਼ਨਲ ਮੈਥਮੈਟਿਕਸ ਡੇ ਮਨਾਇਆ ਜਾਂਦਾ। ਸੋ ਇਹਨਾਂ ਦਾ ਕਾਫੀ ਵੱਡਾ, ਰਾਮਾਨੁੰਜਨ ਦਾ ਬਹੁਤ ਜ਼ਿਆਦਾ ਕੰਟਰੀਬਿਊਸ਼ਨ ਸੀਗਾ ਮੈਥਮੈਟਿਕਸ ਦੇ ਵਿੱਚ। ਜਿਸ ਤਰੀਕੇ ਨਾਲ ਤੁਸੀਂ ਨੰਬਰ ਥਿਊਰੀ ਤੋਂ ਲੈ ਕੇ, ਹੈ ਨਾ, ਕਈ ਤਰ੍ਹਾਂ ਦੀਆਂ ਥਿਊਰਮਾਂ ਦੇ ਵਿੱਚ, ਸੋ ਬਹੁਤ ਜ਼ਿਆਦਾ ਕੰਟਰੀਬਿਊਸ਼ਨ ਸੀਗਾ ਰਾਮਾਨੁੰਜਨ ਦਾ ਮੈਥਮੈਟਿਕਸ ਦੇ ਵਿੱਚ। ਐਂਡ ਨਾਰਮਲੀ ਜੋ 22 ਦਸੰਬਰ ਮਨਾਇਆ ਜਾਂਦਾ ਤਾਂ ਉਸ ਦਿਨ ਇਹਨਾਂ ਦਾ ਬਰਥਡੇ ਵੀ ਸੀਗਾ। 22 ਦਸੰਬਰ 1887 ਨੂੰ ਇਹ ਬੌਰਨ ਹੋਏ ਸੀ, ਤਾਂ ਕਰਕੇ ਵੀ ਜੋ ਨੈਸ਼ਨਲ ਮੈਥਮੈਟਿਕਸ ਡੇ ਹੈ ਉਹ ਕਦੋਂ ਰੱਖਿਆ ਗਿਆ ਹੈਗਾ? 22 ਦਸੰਬਰ ਨੂੰ। ਦੇਖੋ ਕਿੰਨਾ ਕੁਝ ਮੈਂ ਤੁਹਾਨੂੰ ਦੱਸਦਾ ਇੱਕ ਕੁਐਸਚਨ ਦੇ ਥਰੂ। ਸੋ 3-4 ਕੁਐਸਚਨ ਤੁਹਾਡੇ ਕਵਰ ਹੋ ਜਾਣਗੇ। ਪਹਿਲਾ ਕੁਐਸਚਨ ਤਾਂ ਇਹੀ ਹੈ ਕਿ ਕਦੋਂ ਮਨਾਇਆ ਜਾਂਦਾ ਹੈ? 22 ਦਸੰਬਰ ਨੂੰ ਨੈਸ਼ਨਲ ਮੈਥਮੈਟਿਕਸ ਡੇ। ਅਗਰ ਪੇਪਰ 'ਚ ਵਿੱਚ ਇੰਟਰਨੈਸ਼ਨਲ ਆ ਗਿਆ ਤਾਂ ਉਹ 14 ਮਾਰਚ ਆਊਗਾ ਉੱਥੇ ਨਾਮ, ਠੀਕ ਹੈ, 14 ਮਾਰਚ ਉਹ ਤੁਸੀਂ ਯਾਦ ਰੱਖਣਾ। ਇਸ ਤੋਂ ਇਲਾਵਾ ਕਿੰਨਾ ਦੀ ਯਾਦ ਦੇ ਵਿੱਚ, ਮਤਲਬ ਕਿੰਨਾ ਦਾ ਬਰਥ ਹੁੰਦਾ 22 ਦਸੰਬਰ ਨੂੰ, ਹੈ ਨਾ, ਕਿਉਂ ਮਨਾਇਆ ਜਾਂਦਾ ਹੈ? ਤਾਂ ਰਾਮਾਨੁੰਜਨ ਨਾਮ ਯਾਦ ਰੱਖਿਓ, ਠੀਕ ਹੈ, ਬੜਾ ਇੰਪੋਰਟੈਂਟ ਨਾਮ ਹੈ ਮੈਥਮੈਟਿਕਸ ਦੇ ਵਿੱਚ। ਇਸ ਤੋਂ ਇਲਾਵਾ
ਸਿੰਪਲ ਇਹਨਾਂ ਦਾ ਕੰਟਰੀਬਿਊਸ਼ਨ ਕੀ ਹੈ ਜੀ, ਕੋਈ ਇੱਕ ਫੀਲਡ ਦੇ ਵਿੱਚ ਨਹੀਂ, ਬਹੁਤ ਸਾਰੇ ਜੋ ਮੈਥਮੈਟਿਕਸ ਦੇ ਬ੍ਰਾਂਚ ਹੁੰਦੇ ਨੇ ਉਹਨਾਂ ਦੇ ਵਿੱਚ ਰਾਮਾਨੁਜਨ ਦਾ ਕੰਟਰੀਬਿਊਸ਼ਨ ਰਿਹਾਗਾ। ਕੁਐਸਚਨ ਨੰਬਰ 2, ਇੰਡੀਵਿਜੂਅਲ ਅਟੈਂਸ਼ਨ ਕੈਨ ਨਾਟ ਬੀ ਪੇਡ ਟੂ ਸਟੂਡੈਂਟ ਡਿਊ ਟੂ, ਕਹਿੰਦੇ ਵਿਦਿਆਰਥੀਆਂ ਨੂੰ ਵਿਅਕਤੀਗਤ ਤਵੱਜੋ ਇਸ ਕਾਰਨ ਨਹੀਂ ਦਿੱਤੀ ਜਾ ਸਕਦੀ, ਮਤਲਬ ਕਲਾਸ ਦੇ ਵਿੱਚ ਜਿਹੜਾ ਹੈਗਾ ਕੱਲੇ ਬੱਚੇ ਤੇ ਧਿਆਨ ਨਹੀਂ ਦਿੱਤਾ ਜਾ ਸਕਦਾ। ਚਾਰਾਂ ਦੇ ਵਿੱਚੋਂ ਕਿਹੜਾ ਸਹੀ ਰੀਜ਼ਨ ਹੋ ਸਕਦਾ? ਸੋ ਪਹਿਲੀ ਆਪਸ਼ਨ ਹੈ ਲਾਰਜ ਕਲਾਸ, ਨਾਲ ਬ੍ਰੈਕਟ ਦੇ ਵਿੱਚ ਦੇਖੋ ਮੈਂਸ਼ਨ ਵੀ ਕਰਤਾ ਮੋਰ ਨੰਬਰ ਆਫ ਸਟੂਡੈਂਟਸ। ਲਾਰਜ ਕਲਾਸ ਹੈ ਕਿਉਂਕਿ ਸਟੂਡੈਂਟ ਦੀ ਗਿਣਤੀ ਜ਼ਿਆਦਾ ਹੈਗੀ, ਟੀਚਰ ਤੇ ਬਰਡਨ ਬੜਾ ਜ਼ਿਆਦਾ ਹੈਗਾ, ਸਿਲੇਬਸ ਬੜਾ ਜ਼ਿਆਦਾ ਹੈਗਾ, ਲੋ ਸੈਲਰੀ ਆਫ ਟੀਚਰਸ, ਕਿ ਟੀਚਰਾਂ ਦੀਆਂ ਤਨਖਾਹਾਂ ਹੀ ਘੱਟ ਨੇ ਤਾਂ ਕਰਕੇ ਉਹ ਕੱਲੇ ਬੱਚੇ ਤੇ ਧਿਆਨ ਨਹੀਂ ਦਿੰਦੇ ਹਨਾ। ਇੱਥੇ ਹੁਣ ਬਹੁਤੀ ਵਾਰ ਅਸੀਂ ਕੀ ਕਰਦੇ ਹਾਂ ਜੀ, ਪੈਡਾਗੋਜੀ ਦਾ ਇੱਕ ਰੂਲ ਹੈ ਕਿ ਇੱਥੇ ਜੋ ਬੱਚੇ ਦੇ ਅਕੋਰਡਿੰਗ ਸਹੀ ਹੈ ਨਾ, ਅਸੀਂ ਉਹ ਵਾਲੀ ਆਪਸ਼ਨ ਸਿਲੈਕਟ ਕਰਨੀ ਹੈ ਜੋ ਸਿਸਟਮ ਜਾਂ ਬੱਚੇ ਦੇ ਅਕੋਰਡਿੰਗ ਸਹੀ ਹੈਗਾ। ਕਈ ਵਾਰ ਅਸੀਂ ਇਹ ਮੰਨਦੇ ਹਾਂ ਕਿ ਬਹੁਤੇ ਹੋ ਸਕਦਾ ਤੁਹਾਡੇ ਵਿੱਚੋਂ ਪ੍ਰਾਈਵੇਟ ਸੈਕਟਰ ਦੇ ਵਿੱਚ ਜੌਬ ਕਰਦੇ ਹੋਣ, ਠੀਕ ਹੈ, ਤਾਂ ਉੱਥੇ ਹੁੰਦਾ ਕਿ ਸੈਲਰੀ ਬੜੀ ਘੱਟ ਹੈ ਜੀ। ਖੈਰ ਇਦਾਂ ਦੇ ਡਿਬੇਟ ਵਾਲੀ ਟੌਪਿਕ 'ਚ ਆਪਾਂ ਨਹੀਂ ਜਾਣਾ, ਤਾਂ ਉਹਦੇ ਵੀ ਬਹੁਤ ਸਾਰੇ ਕਾਰਨ ਹੋ ਸਕਦੇ ਨੇ। ਤਾਂ ਵੀ ਘੱਟ ਸੈਲਰੀ ਕਰਕੇ ਟੀਚਰ ਧਿਆਨ ਨਹੀਂ ਦਿੰਦੇ, ਬਹੁਤੇ ਦਾ ਦਿਮਾਗ ਹੋ ਸਕਦਾ ਇੱਧਰ ਚੱਲ ਪਏ ਪੇਪਰ ਦੇ ਵਿੱਚ ਤੇ ਉਹ ਡੀ ਆਪਸ਼ਨ ਲਾ ਦੇਣ, ਹਾਲਾਂਕਿ ਡੀ ਆਪਸ਼ਨ ਗਲਤ ਹੈ, ਇਹ ਨਹੀਂ ਆਊਗਾ ਕਿਉਂਕਿ ਕੁਐਸਚਨ ਫਰੇਮ ਹੀ ਤਾਂ ਕੀਤਾ ਗਿਆ ਕਿ ਸਾਰਾ ਕੁਝ ਮਿਲਦਾ ਪਿਆ, ਸਿਸਟਮ ਇਹ ਮੰਨਦਾ ਪਿਆ ਕਿ ਗਵਰਨਮੈਂਟ ਜਾ ਕੇ ਇਹ ਮੰਨਦੀ ਪਈ ਹੈ ਕਿ ਅਸੀਂ ਸਭ ਕੁਝ ਦੇ ਰਹੇ ਹਾਂ। ਜਿਵੇਂ ਦੇਖੋ ਗਵਰਨਮੈਂਟ ਸਕੂਲ ਦੀ ਅਗਰ ਗੱਲ ਕਰੀਏ ਤਾਂ ਉੱਥੇ ਦਾ ਟੀਚਰਾਂ ਦੀ ਕੋਈ ਘੱਟ ਸੈਲਰੀ ਨਹੀਂ ਹੈਗੀ ਨਾ, ਉੱਥੇ ਦਾ ਸਫੀਸ਼ੀਐਂਟ ਸੈਲਰੀ ਮਿਲਦੀ ਹੈ ਟੀਚਰਸ ਨੂੰ, ਤਾਂ ਕਰਕੇ ਇਹ ਆਪਸ਼ਨ ਤਾਂ ਨਹੀਂ ਆਊਗਾ। ਸਿਲੇਬਸ ਦੇਖੋ, ਹੁਣ ਸਿਲੇਬਸ ਅਗਰ ਥੋੜਾ ਜ਼ਿਆਦਾ ਵੀ ਹੋਊਗਾ ਚਲੋ, ਤਾਂ ਵੈਸੇ ਤਾਂ ਹੁਣ ਤਾਂ ਸਿਲੇਬਸ ਬਹੁਤ ਘਟ ਗਿਆ ਜੀ ਪਹਿਲਾਂ ਨਾਲੋਂ, ਅੱਜ ਦੇ ਸਮੇਂ 'ਚ 3-4 ਸਾਲ ਨਾਲੋਂ ਪਹਿਲਾਂ ਨਾਲੋਂ ਬਹੁਤ ਫਰਕ ਪੈ ਗਿਆ। ਬਾਕੀ 365 ਦਿਨ ਮਿਲਦੇ ਨੇ, ਬਹੁਤ ਸਮਾਂ ਮਿਲਦਾ ਸਿਲੇਬਸ ਨੂੰ, ਤਾਂ ਇਹ ਵੀ ਨਹੀਂ ਆਪਸ਼ਨ ਆ ਸਕਦਾ। ਦੇਖੋ ਟੀਚਰ ਬਰਡਨ, ਕਿ ਟੀਚਰ ਤੇ ਬਰਡਨ ਹੀ ਬੜਾ ਜ਼ਿਆਦਾ ਜੀ, ਠੀਕ ਹੈ, ਹੋ ਸਕਦਾ ਕਿਸੇ ਇੱਕ ਟੀਚਰ ਤੇ ਜ਼ਿਆਦਾ ਹੋਵੇ, ਬਟ ਅਗਰ ਆਲ ਓਵਰ ਹੈ ਕਿ ਅਗਰ ਆਪਾਂ ਗਵਰਨਮੈਂਟ ਸੈਕਟਰ ਦੀ ਹੀ ਗੱਲ ਕਰਦੇ ਹਾਂ ਜਿਸ ਦੇ ਲਈ ਤੁਸੀਂ ਤਿਆਰੀ ਕਰ ਰਹੇ ਹੋ, ਤਾਂ ਟੀਚਰ ਨੂੰ ਅਲੱਗ-ਅਲੱਗ ਸਬਜੈਕਟ ਵੀ ਦਿੱਤੇ ਹੋਏ ਨੇ ਹਨਾ, ਤਾਂ ਆਪਦਾ ਸਪੈਸੀਫਿਕ ਸਬਜੈਕਟ ਟੀਚਰ ਪੜ੍ਹਾ ਰਿਹਾ, ਹਾਲਾਂਕਿ ਕਈ ਜਗ੍ਹਾ ਤੇ ਬਰਡਨ ਓਵਰ ਵੀ ਹੋ ਸਕਦਾ ਹੈਗਾ, ਬਟ ਅਗਰ ਆਪਾਂ ਜਨਰਲ ਗੱਲ ਕਰੀਏ ਤਾਂ ਟੀਚਰ ਬਰਡਨ ਵੀ ਇੱਥੇ ਨਹੀਂ ਆਊਗਾ। ਤਾਂ ਕੱਲੇ ਬੱਚੇ ਤੇ ਕਦੋਂ ਧਿਆਨ ਨਹੀਂ ਦਿੱਤਾ ਜਾਂਦਾ? ਜਦੋਂ ਕਲਾਸ ਦੇ ਵਿੱਚ ਨੰਬਰ ਆਫ ਸਟੂਡੈਂਟ ਜ਼ਿਆਦਾ ਹੋਣ, ਕਲਾਸ ਜ਼ਿਆਦਾ ਵੱਡੀ ਹੋਵੇ। ਮੰਨ ਲਓ ਇੱਕ ਕਲਾਸ ਹੈ 10 ਵਿਦਿਆਰਥੀਆਂ ਦੀ, ਲੈਟ ਅਸ ਸਪੋਜ਼, ਉਸਦੇ ਉਲਟ ਇੱਕ ਕਲਾਸ ਹੈ ਜੀ 50-60 ਦੀ, ਤਾਂ ਆਬਵੀਅਸ ਜੀ ਗੱਲ ਹੈ ਜਿੱਥੇ 10 ਵਿਦਿਆਰਥੀਆਂ ਦੀ ਕਲਾਸ ਹੈ ਤਾਂ ਉੱਥੇ ਟੀਚਰ ਕੱਲੇ ਬੱਚੇ ਤੇ ਇੰਡੀਵਿਜੂਅਲ ਅਟੈਂਸ਼ਨ ਦੇ ਸਕਦਾ ਹੈਗਾ, ਧਿਆਨ ਦੇ ਸਕਦਾ। 50 ਦੇ ਵਿੱਚ ਕਵਰ ਕਰਨਾ ਔਖਾ ਹੋ ਜਾਂਦਾ ਕਿਉਂਕਿ ਮਿੰਟ 40 ਮਿੰਟ ਦਾ ਇੱਕ ਪੀਰੀਅਡ ਹੁੰਦਾ, ਤਾਂ ਕਰਕੇ ਸਾਰੇ ਬੱਚਿਆਂ ਤੇ ਕਈ ਵਾਰ ਪ੍ਰੋਪਰ ਅਟੈਂਸ਼ਨ ਨਹੀਂ ਦਿੱਤੀ ਜਾ ਸਕਦੀ। ਸੋ ਕੈਨ ਨਾਟ ਬੀ ਪੇਡ ਕਾਦੇ ਕਰਕੇ ਨਹੀਂ ਦਿੱਤੀ ਜਾ ਸਕਦੀ? ਡਿਊ ਟੂ ਲਾਰਜ ਕਲਾਸ। ਸੋ ਆਪਸ਼ਨ ਏ ਇਜ਼ ਦ ਕਰੈਕਟ ਆਂਸਰ ਫॉर ਕੁਐਸਚਨ ਨੰਬਰ 2। ਹਾਂਜੀ, ਕੁਐਸਚਨ ਨੰਬਰ 3, ਦ ਮੋਸਟ ਇਫੈਕਟਿਵ ਵੇ ਟੂ ਇਵੈਲੂਏਟ ਸਟੂਡੈਂਟ ਇਜ਼, ਕਹਿੰਦੇ ਵਿਦਿਆਰਥੀਆਂ ਦਾ ਮੁਲਾਂਕਣ ਕਰਨ ਦਾ ਸਭ ਤੋਂ ਵਧੀਆ ਪ੍ਰਭਾਵਸ਼ਾਲੀ ਢੰਗ ਕਿਹੜਾ ਹੈ? ਪਹਿਲਾ ਵੀਕਲੀ ਟੈਸਟ, ਫਿਰ ਹਫਤੇ ਬਾਅਦ ਟੈਸਟ, ਮਤਲਬ ਫਿਰ ਮੰਥਲੀ ਟੈਸਟ, ਫਿਰ ਈਅਰਲੀ ਟੈਸਟ, ਸਾਲ ਬਾਅਦ ਟੈਸਟ। ਦੇਖੋ ਪਹਿਲੇ ਤਿੰਨ ਆਪਸ਼ਨ ਦਾ ਟੈਸਟਾਂ ਦੀ ਦੇਤੇ, ਬਟ ਆਪਣਾ ਸਭ ਤੋਂ ਬੈਸਟ ਮੈਥਡ ਕਿਹੜਾ ਜੀ? ਕੰਟੀਨਿਊਸ ਐਂਡ ਕੰਪਰੀਹੈਂਸਿਵ ਇਵੈਲੂਏਸ਼ਨ, ਜਿਸ ਨੂੰ ਅਸੀਂ ਕੀ ਬੋਲਦੇ ਹਾਂ? CCE, ਕੰਟੀਨਿਊਸ ਐਂਡ ਕੰਪਰੀਹੈਂਸਿਵ ਇਵੈਲੂਏਸ਼ਨ ਬੱਚਿਆਂ ਨੂੰ ਇਵੈਲੂਏਟ ਕਰਨ ਦਾ ਸਭ ਤੋਂ ਵਧੀਆ ਢੰਗ ਹੈ। ਸੋ ਆਪਸ਼ਨ ਡੀ ਇਜ਼ ਦਾ ਕਰੈਕਟ ਆਂਸਰ। ਇਹ ਕੁਐਸਚਨ ਵੀ 2 ਤੋਂ 3 ਵਾਰ ਆਪਾਂ ਨੂੰ ਪੇਪਰ ਦੇ ਵਿੱਚ ਐਜ਼ ਇਟ ਰਿਪੀਟ ਹੋਇਆ ਜੀ। ਹੁਣ ਦੇਖੋ ਇਹ ਕੁਐਸਚਨ ਦੇ ਉੱਪਰ ਕਿਤੇ ਨਹੀਂ ਲਿਖਿਆ ਨਾ ਕਿ ਮੈਥ ਦਾ ਕੁਐਸਚਨ ਹੈ, ਚਲੋ ਮੈਥ ਵਾਲੇ ਪੋਰਸ਼ਨ 'ਚ ਆਇਆ ਤਾਂ ਮੈਂ ਇਹਨੂੰ ਇੱਥੇ ਰੱਖ ਲਿਆ। ਹੁਣ ਹੋ ਸਕਦਾ ਇਹ ਮੈਥ ਦੇ ਵਿੱਚ ਨਾ ਆ ਕੇ SST 'ਚ ਆ ਜੇ, ਠੀਕ ਹੈ ਜੀ, ਹੋ ਸਕਦਾ ਕਿਸੇ ਦਾ ਸਾਇੰਸ ਹੈ ਸਾਇੰਸ ਦੇ ਵਿੱਚ ਆ ਜੇ, ਮੈਥ ਦਾ ਮੈਥ ਦੇ ਵਿੱਚ ਆ ਜੇ। ਸੋ ਮਤਲਬ ਕਿਤੇ ਵੀ ਇਹ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਹੈ, ਤਾਂ ਉੱਥੇ ਯਾਦ ਰੱਖਿਓ ਸਭ ਤੋਂ ਵਧੀਆ ਅਸੈਸਮੈਂਟ ਦਾ ਵੇ ਕਿਹੜਾ ਹੈਗਾ? CCE, ਕੰਟੀਨਿਊਸ ਐਂਡ ਕੰਪਰੀਹੈਂਸਿਵ ਇਵੈਲੂਏਸ਼ਨ। ਕੁਐਸਚਨ 4, ਦ ਨੇਚਰ ਆਫ ਮੈਥਮੈਟਿਕਸ ਇਜ਼, ਕਹਿੰਦੇ ਮੈਥ ਦੀ ਕਿੱਦਾਂ ਦੀ ਪ੍ਰਕਿਰਤੀ ਹੈ, ਕਿੱਦਾਂ ਦੀ ਨੇਚਰ ਹੈ? ਪਹਿਲੀ ਆਪਸ਼ਨ ਹੈ ornamental, ਕਹਿੰਦੇ ਸਜਾਵਟੀ ਹੈ ਨਾ, ਸਜਾਵਟੀ ਦਾ ਤਾਂ ਕੋਈ ਲੌਜਿਕ ਨਹੀਂ ਬਣਦਾ ਜੀ। ਫਿਰ ਡਿਫੀਕਲਟ, ਦੇਖੋ ਡਿਫੀਕਲਟ ਤਾਂ ਕੁਛ ਹੀ ਨਹੀਂ, ਠੀਕ ਹੈ, ਡਿਫੀਕਲਟ ਤਾਂ ਕੁਛ ਹੀ ਨਹੀਂ ਹੁੰਦਾ, ਮਤਲਬ ਡਿਪੈਂਡ ਕਰਦਾ ਕਿ ਅਸੀਂ ਉਹਨੂੰ ਕਿਵੇਂ ਕੰਮ ਨੂੰ ਲੈ ਰਹੇ ਹਾਂ, ਤਾਂ ਡਿਫੀਕਲਟ ਨਾਮ ਤਾਂ ਕੋਈ ਚੀਜ਼ ਨਹੀਂ ਆ ਗਈ। ਉਸ ਤੋਂ ਬਾਅਦ ਦੇਖੋ ਬੋਰਿੰਗ, ਸੋ ਬੋਰ ਤਾਂ ਬਿਲਕੁਲ ਨਹੀਂ ਹੋ ਸਕਦਾ ਜੀ ਮੈਥਮੈਟਿਕਸ, ਕਿਉਂਕਿ ਬੱਚੇ ਜ਼ਿਆਦਾਤਰ ਇਹਦੇ ਵਿੱਚ ਹੀ ਐਕਟਿਵ ਰਹਿੰਦੇ ਨੇ, ਸਮ ਵਗੈਰਾ ਕੱਢਣ ਦੇ ਵਿੱਚ, ਹਨਾ, ਜਿਹਦਾ ਇੰਟਰਸਟ ਬਣ ਜੇ ਫਿਰ ਉਹ ਤਾਂ ਬੜਾ ਜੀ ਕਰਦਾ ਕਿ ਮੈਂ ਮੈਥ ਨੂੰ ਹੋਰ ਕਰਾਂ ਅੱਗੇ ਜਾ ਕੇ। ਹਾਂ, ਕਈਆਂ ਦਾ ਜੇਕਰ ਇੰਟਰਸਟ ਨਹੀਂ ਵੀ ਬਣਦਾ, ਕਈਆਂ ਨੂੰ ਔਖਾ ਵੀ ਲੱਗਦਾ ਹੈਗਾ, ਤਾਂ ਉਹਦੇ ਲਈ ਸ਼ਾਇਦ ਆਪਾਂ, ਤੁਹਾਨੂੰ ਯਾਦ ਹੋਵੇ CDP ਦੇ ਵਿੱਚ ਆਪਾਂ ਡਿਸਕੈਲਕੁਲੀਆ ਵੀ ਪੜ੍ਹਿਆ ਜੀ। ਕਈਆਂ ਦਾ ਜਮੀ ਨਹੀਂ ਬਣਦੀ ਹੁੰਦੀ ਮੈਥ ਦੇ ਨਾਲ, ਹਨਾ, ਉਹਨਾਂ ਨੂੰ ਡਿਸਕੈਲਕੁਲੀਆ ਹੁੰਦਾ ਹੈਗਾ। ਲਰਨਿੰਗ ਡਿਸੇਬਿਲਿਟੀ ਆਪਾਂ ਪੜ੍ਹੀ ਹੈ। ਸੋ ਆਪਾਂ ਆਮ ਤੌਰ ਤੇ ਅਗਰ ਗੱਲ ਕਰੀਏ
ਤਾਂ ਜੋ ਮੈਥ ਦਾ ਸੁਭਾਅ ਕਿੱਦਾਂ ਦਾ ਜੀ, ਲੌਜੀਕਲ ਹੈ। ਠੀਕ ਹੈ, ਮੈਥ ਦੀ ਪ੍ਰਕਿਰਤੀ ਕਿੱਦਾਂ ਦੀ ਹੈ, ਤਾਰਕਿਕ ਹੈ ਨਾ, ਜਿਵੇਂ ਸਾਇੰਸ ਦੀ ਵੀ ਲੌਜੀਕਲ ਹੈ। ਸੋ ਦਾ ਨੇਚਰ ਆਫ ਦਾ ਮੈਥਮੈਟਿਕਸ ਇਜ਼ ਲੌਜੀਕਲ। ਆਪਸ਼ਨ ਸੀ ਇਜ਼ ਦਾ ਕਰੈਕਟ ਆਂਸਰ। ਹਾਂਜੀ, ਕੁਐਸਚਨ ਨੰਬਰ 5, ਵਿਚ ਆਫ ਦਾ ਫੋਲੋਇੰਗ ਇਜ਼ ਅ ਟੀਚਰ ਸੈਂਟਰਡ ਮੈਥਡ। ਕਹਿੰਦੇ ਹੇਠ ਲਿਖਿਆਂ ਵਿੱਚੋਂ ਕਿਹੜੀ ਅਧਿਆਪਕ ਕੇਂਦਰਿਤ ਵਿਧੀ ਹੈ? ਅਧਿਆਪਕ ਕੇਂਦਰਿਤ ਹੈ ਜੀ, ਠੀਕ ਹੈ। ਮਤਲਬ ਬਾਕੀ 3 ਵਿਧੀਆਂ ਸਟੂਡੈਂਟ ਸੈਂਟਰਡ ਹੋਣਗੀਆਂ, ਵਿਦਿਆਰਥੀ ਕੇਂਦਰਿਤ ਹੋਣਗੀਆਂ, ਇੱਕ ਅਧਿਆਪਕ ਕੇਂਦਰਿਤ ਹੈ ਉਹ ਆਪਾਂ ਲੱਭਣੀ ਹੈ। ਸੋ ਪਲੇਵੇ ਮੈਥਡ। ਸੋ ਖੇਡ ਵਿਧੀ ਨਾਲ ਤਾਂ ਬੱਚੇ ਜ਼ਿਆਦਾ ਐਕਟਿਵ ਨੇ ਜੀ, ਸੋ ਇਹ ਤਾਂ ਆਪਣਾ ਆਪਸ਼ਨ ਆ ਨਹੀਂ ਸਕਦਾ, ਇਹ ਤਾਂ ਸਟੂਡੈਂਟ ਸੈਂਟਰਡ ਹੈ। ਇਸ ਤੋਂ ਇਲਾਵਾ ਦੇਖੋ ਪ੍ਰੋਜੈਕਟ ਮੈਥਡ। ਹੁਣ ਜੋ ਪ੍ਰੋਜੈਕਟ ਮੈਥਡ ਹੈ ਉਹਦੇ ਵਿੱਚ ਵੀ ਨਾ ਕਿ ਬੱਚੇ ਕੋਈ ਪ੍ਰੋਜੈਕਟ ਵਗੈਰਾ ਚੂਜ਼ ਕਰਦੇ ਨੇ, ਫਿਰ ਗਰੁੱਪ ਦੇ ਵਿੱਚ ਉਹ ਕੰਮ ਕਰਦੇ ਨੇ, ਹਨਾ, ਮਤਲਬ ਹੌਲੀ ਹੌਲੀ ਟਾਈਮ ਲੱਗਦਾ ਹੈਗਾ। ਸੋ ਇਹ ਵੀ ਇੱਕ ਤਰ੍ਹਾਂ ਦਾ ਹੈਗਾ ਸਟੂਡੈਂਟ ਸੈਂਟਰਡ ਹੈ, ਕਿ ਬੱਚੇ ਜ਼ਿਆਦਾ ਐਕਟਿਵ ਹੋ ਗਏ ਇਹਦੇ ਵਿੱਚ, ਸੋ ਇਹ ਵੀ ਆਪਣਾ ਆ ਨਹੀਂ ਸਕਦਾ। ਇਸ ਤੋਂ ਇਲਾਵਾ ਸੋਸ਼ਲਾਈਜ਼ਡ ਰੀਸਾਈਟੇਸ਼ਨ, ਠੀਕ ਹੈ, ਸਮਾਜੀਕ੍ਰਿਤ ਅਭਿਵਿਅਕਤੀ ਜਿਹੜਾ ਹੈਗਾ। ਸੋ ਜਿੱਥੇ ਸ਼ਬਦ ਆ ਗਿਆ ਸੋਸ਼ਲ, ਤਾਂ ਇਹਦੇ ਵਿੱਚ ਵੀ ਕਈ ਜਾਣੇ ਦੀ ਇਨਵੋਲਵਮੈਂਟ ਹੋ ਜੂਗੀ। ਸੋ ਇਹ ਵੀ ਇੱਕ ਤਰ੍ਹਾਂ ਦਾ ਕੀ ਆ ਜਾਊਗਾ ਜੀ, ਸਟੂਡੈਂਟ ਸੈਂਟਰਡ ਆ ਜਾਊਗਾ, ਠੀਕ ਹੈ। ਸੋ ਟੀਚਰ ਸੈਂਟਰਡ ਕਿਹੜਾ, ਦੇਖੋ ਟੀਚਰ ਸੈਂਟਰਡ ਕਿਹੜਾ ਹੈਗਾ, ਤਾਂ ਲੈਕਚਰ ਮੈਥਡ ਹੈ ਜੀ। ਸੋ ਲੈਕਚਰ ਮੈਥਡ ਵੈਸੇ ਆਪਾਂ ਕਹਿੰਦੇ ਆ ਕਿ ਆਪਾਂ ਨੂੰ ਵਰਤਣਾ ਨਹੀਂ ਚਾਹੀਦਾ, ਕਿਉਂਕਿ ਇਹਦੇ ਵਿੱਚ ਕੀ ਹੈ ਜੀ ਕਿ ਟੀਚਰ ਹੈ ਉਹ ਕਲਾਸ ਦੇ ਵਿੱਚ ਜਿਵੇਂ ਲੈਕਚਰ ਲੱਗਦੇ ਨੇ, ਜਿਵੇਂ +1 2 ਦੀਆਂ ਕਲਾਸਿਸ ਦੇ ਵਿੱਚ ਨਾਰਮਲੀ ਅਗਰ ਤੁਸੀਂ ਸਕੂਲ ਦੇ ਵਿੱਚ ਜਾਂਦੇ ਹੋ ਤਾਂ ਟੀਚਰ ਹੀ ਜ਼ਿਆਦਾ ਐਕਟਿਵ ਰਹਿੰਦਾ ਗਾ, ਪੜ੍ਹਾ ਰਿਹਾ ਹੁੰਦਾ ਪ੍ਰੋਪਰ, ਬੱਚੇ ਸੁਣਦੇ ਨੇ, ਨੋਟਸ ਬਣਾਉਂਦੇ ਨੇ, ਹਨਾ। ਸੋ ਲੈਕਚਰ ਮੈਥਡ ਇੱਕ ਤਰ੍ਹਾਂ ਦਾ ਪੁਰਾਣਾ ਮੈਥਡ ਹੈਗਾ ਜੋ ਕਿ ਟੀਚਰ ਸੈਂਟਰਡ ਹੈ, ਕਿ ਇਹਦੇ ਵਿੱਚ ਬੱਚੇ ਨਾ ਘੱਟ ਇਨਵੋਲਵ ਹੁੰਦੇ ਨੇ, ਟੀਚਰ ਜ਼ਿਆਦਾ ਇਨਵੋਲਵ ਹੁੰਦਾ ਹੈਗਾ। ਤਾਂ ਕਰਕੇ ਜੋ ਟੀਚਰ ਸੈਂਟਰਡ ਕਿਹੜਾ ਹੋਊਗਾ ਜੀ, ਲੈਕਚਰ ਮੈਥਡ। ਆਪਸ਼ਨ ਸੀ ਇਜ਼ ਦਾ ਕਰੈਕਟ ਆਂਸਰ। Question number 6. A mathematics teacher can encourage the creativity and originality of ideas in student through। ਮਤਲਬ ਬੱਚਿਆਂ ਦੇ ਵਿੱਚ ਜੋ ਰਚਨਾਤਮਕਤਾ ਹੈ ਨਾ, ਮਤਲਬ ਉਹਨੂੰ ਜਿਹੜਾ ਅਧਿਆਪਕ ਹੈ ਉਹ ਕਿਵੇਂ ਵਧਾ ਸਕਦਾ ਹੈ, ਕਿਹੜੇ ਤਰੀਕੇ ਨਾਲ ਵਧਾ ਸਕਦਾ ਹੈ। ਸੋ ਗਣਿਤ ਦਾ ਇੱਕ ਅਧਿਆਪਕ ਵਿਦਿਆਰਥੀਆਂ ਵਿੱਚ ਰਚਨਾਤਮਕਤਾ ਅਤੇ ਵਿਚਾਰਾਂ ਦੀ ਮੌਲਿਕਤਾ ਨੂੰ ਪ੍ਰੋਤਸਾਹਿਤ ਕਰ ਸਕਦਾ ਹੈ। ਮਤਲਬ ਕਿਸ ਤਰੀਕੇ ਨਾਲ ਉਹਨੂੰ ਬੂਸਟ ਅਪ ਕਰ ਸਕਦਾ ਹੈਗਾ, ਕ੍ਰੀਏਟੀਵਿਟੀ ਨੂੰ, ਇੱਕ ਤਰ੍ਹਾਂ ਨਾਲ ਇਦਾਂ ਸਮਝੋ, ਕਿਉਂਕਿ ਕ੍ਰੀਏਟੀਵਿਟੀ ਆ ਗਈ। ਤਾਂ ਦੇਖੋ ਆਪਾਂ ਸਾਰੀਆਂ ਆਪਸ਼ਨ ਦੇਖਦੇ ਹਾਂ, ਪਹਿਲਾਂ ਡੀ ਤੋਂ ਚੱਲਦੇ ਹਾਂ। ਗਿਵਿੰਗ ਹੋਮਵਰਕ ਟੂ ਸਟੂਡੈਂਟ, ਵਿਦਿਆਰਥੀਆਂ ਨੂੰ ਘਰ ਦਾ ਕੰਮ ਦੇ ਕੇ। ਦੇਖੋ ਇਹ ਤਾਂ ਸਾਰੇ ਹੀ ਟੀਚਰ ਨਾਰਮਲੀ ਦਿੰਦੇ ਹੋਣਗੇ, ਛੋਟੇ ਬੱਚਿਆਂ ਨੂੰ ਤਾਂ ਖਾਸ ਕਰਕੇ ਘਰ ਦਾ ਕੰਮ। ਸੋ ਘਰ ਦਾ ਕੰਮ ਦੇ ਕੇ ਕ੍ਰੀਏਟੀਵਿਟੀ ਵਧੂਗੀ, ਠੀਕ ਹੈ। ਸੋ ਇਹ ਜ਼ਿਆਦਾ ਲੌਜੀਕਲ ਨਹੀਂ ਲੱਗਦਾ। ਵੀਕਲੀ ਟੈਸਟ, ਮਤਲਬ ਹਫਤੇ ਬਾਅਦ ਟੈਸਟ ਲੈ ਕੇ, ਸੋ ਟੈਸਟ ਦਾ ਕ੍ਰੀਏਟੀਵਿਟੀ ਨਾਲ ਕੋਈ ਰਿਲੇਸ਼ਨ ਨਹੀਂ ਹੈਗਾ ਜੀ। MCQ ਮਲਟੀਪਲ ਚੁਆਇਸ ਕੁਐਸਚਨ ਦੇ ਕੇ, ਠੀਕ ਹੈ, MCQ ਦੇ ਵੀ ਕ੍ਰੀਏਟੀਵਿਟੀ ਨੂੰ ਕੁਝ ਨਹੀਂ ਵਧਾਉਂਦੇ ਹੈਗੇ ਜ਼ਿਆਦਾ। ਸੋ ਇਹਦੇ ਵਿੱਚ ਪਹਿਲੀ ਆਪਸ਼ਨ ਦੇਖੋ ਕੀ ਹੈ ਜੀ, ਪ੍ਰੋਜੈਕਟ ਵਰਕ। ਬੱਚੇ ਕੋਈ, ਮੈਂ ਪਹਿਲਾਂ ਹੀ ਦੱਸ ਕੇ ਹਟਿਆ ਪਿਛਲੇ MCQ ਦੇ ਵਿੱਚ, ਹਨਾ, ਬੱਚੇ ਕੋਈ ਪ੍ਰੋਜੈਕਟ ਯੂਜ਼ ਕਰਦੇ ਨੇ, ਫਿਰ ਗਰੁੱਪ ਦੇ ਵਿੱਚ ਉਹ ਤੇ ਕੰਮ ਕਰਦੇ ਨੇ, ਹਨਾ। ਬਹੁਤ ਤਰ੍ਹਾਂ ਦੇ ਜਿਹੜੇ ਸੋਰਸਸ ਨੇ ਜਾਂ ਰੈਫਰੈਂਸ ਦੇ ਤੌਰ ਤੇ ਬੱਚਿਆਂ ਨੂੰ ਬਹੁਤ ਤਰੀਕੇ ਨਾਲ ਪੜ੍ਹਨਾ ਪੈਂਦਾ ਇਸ ਕੇਸ ਦੇ ਵਿੱਚ। ਸੋ ਪ੍ਰੋਜੈਕਟ ਵਰਕ ਦੇ ਵਿੱਚ ਬੱਚੇ ਕੁਝ ਨਵਾਂ ਕਰਦੇ ਨੇ, ਓਰੀਜਨੈਲਿਟੀ ਆਫ ਆਈਡੀਆਜ਼ ਜਿਹੜਾ ਇਹਨਾਂ ਨੇ ਕਿਹਾਗਾ। ਤਾਂ ਕਰਕੇ ਪ੍ਰੋਜੈਕਟ ਵਰਕ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਸਟੂਡੈਂਟ ਸੈਂਟਰਡ ਹੈਗਾ, ਬੱਚੇ ਬਹੁਤ ਜ਼ਿਆਦਾ ਐਕਟਿਵ ਹੁੰਦੇ ਨੇ, ਐਂਡ ਇਹ ਇੱਕ ਤਰ੍ਹਾਂ ਨਾਲ ਕ੍ਰੀਏਟੀਵਿਟੀ ਨੂੰ, ਰਚਨਾਤਮਕਤਾ ਨੂੰ ਵਧਾਉਣ ਦਾ ਵੀ ਕੰਮ ਕਰੂਗਾ। ਸੋ ਆਪਸ਼ਨ ਏ ਇਜ਼ ਦਾ ਕਰੈਕਟ ਆਂਸਰ ਫॉर ਕੁਐਸਚਨ ਨੰਬਰ 6। ਹਾਂਜੀ, ਕੁਐਸਚਨ ਨੰਬਰ 7, ਟੂ ਮੋਟੀਵੇਟ ਸਟੂਡੈਂਟਸ ਇਨ ਦਾ ਕਲਾਸ। ਇੱਥੇ ਦਾ ਆਉਣਾ ਹੈ ਕਿਉਂਕਿ ਮੈਂ ਪੇਪਰ 'ਚ ਕੁਐਸਚਨ ਲਏ ਹੋਏ ਆ ਮੋਸਟਲੀ, ਤਾਂ ਕਰਕੇ ਟਾਈਪਿੰਗ ਮਿਸਟੇਕ ਹੁੰਦੀ ਹੈ ਪੇਪਰ ਦੇ ਵਿੱਚ। ਇਨ ਦਾ ਕਲਾਸ ਵਿਚ ਵਨ ਆਫ ਦਾ ਫੋਲੋਇੰਗ ਕੈਨ ਬੀ ਪੁੱਟ ਟੂ ਇਫੈਕਟਿਵ ਯੂਜ਼। ਕਹਿੰਦੇ ਜਮਾਤ ਵਿੱਚ ਵਿਦਿਆਰਥੀਆਂ ਨੂੰ ਪ੍ਰੋਤਸਾਹਿਤ ਕਰਨ ਲਈ, ਫਿਰ ਉਹੀ ਚੀਜ਼ ਆ ਗਈ, ਮੋਟੀਵੇਟ ਕਰਨਾ। ਹੇਠ ਲਿਖਿਆਂ ਵਿੱਚੋਂ ਕਿਹੜੇ ਨੂੰ ਪ੍ਰਭਾਵਸ਼ਾਲੀ ਪ੍ਰਯੋਗ ਵਿੱਚ ਲਿਆਂਦਾ ਜਾ ਸਕਦਾ ਹੈ, ਮਤਲਬ ਕਿਹੜਾ ਢੰਗ ਜਿਹੜਾ ਟੀਚਰ ਵਰਤ ਸਕਦਾ ਹੈਗਾ। ਸੋ ਪਹਿਲਾ ਕ੍ਰਿਟਿਸਿਜ਼ਮ, ਹੈ ਨਾ, ਆਲੋਚਨਾ ਕਰਕੇ, ਠੀਕ ਹੈ, ਕ੍ਰਿਟਿਸਾਈਜ਼ ਕਰਕੇ, ਕੋਈ ਤਾਂ ਵਰਡ ਹੀ ਨੈਗੇਟਿਵ ਹੈ ਬੱਚੇ ਲਈ, ਠੀਕ ਹੈ ਜੀ। ਆਲੋਚਨਾ ਨਾਲ ਤਾਂ ਮੋਟੀਵੇਟ ਕਿੱਥੇ ਹੋਊਗਾ ਬੱਚਾ। ਉਸ ਤੋਂ ਬਾਅਦ ਦੇਖੋ ਲੀਨੀਅੰਟ ਮਾਰਕਿੰਗ। ਲੀਨੀਅੰਟ ਮਾਰਕਿੰਗ ਮਤਲਬ ਖੁੱਲੇ ਅੰਕ ਦੇ ਕੇ, ਹਨਾ, ਖੁੱਲੇ ਅੰਕ ਦੇਣ ਨਾਲ ਆਈ ਥਿੰਕ ਸੋ ਕੋਈ ਬੱਚਾ ਮੋਟੀਵੇਟ ਨਹੀਂ ਹੋਊਗਾ, ਸਗੋਂ ਦੀ ਉਲਟਾ ਉਹ ਘੱਟ ਪੜ੍ਹਨ ਲੱਗ ਸਕਦਾ ਕਿ ਨੰਬਰ ਤਾਂ ਹੀ ਆਈ ਜਾਂਦੇ ਨੇ। ਇਸ ਤੋਂ ਇਲਾਵਾ ਸਟ੍ਰਿਕਟ ਮਾਰਕਿੰਗ ਕਰਕੇ, ਠੀਕ ਹੈ ਜੀ, ਜ਼ਿਆਦਾ ਸਟ੍ਰਿਕਟ ਮਾਰਕਿੰਗ ਕਰੋਗੇ, ਬੱਚੇ ਨੇ ਜਿੰਨਾ ਕੀਤਾ ਹੈ ਮਤਲਬ ਉਹਦੇ ਅਕੋਰਡਿੰਗ ਵੀ ਬੱਚੇ ਨੂੰ ਨੰਬਰ ਨਾ ਮਿਲ, ਤਾਂ ਫਿਰ ਵੀ ਕਿਤੇ ਨਾ ਕਿਤੇ ਬੱਚੇ ਡੀਮੋਟੀਵੇਟ ਹੋ ਜਾਂਦੇ ਨੇ, ਮੋਟੀਵੇਟ ਹੋਣ ਦੀ ਬਜਾਏ, ਠੀਕ ਹੈ। ਸੋ ਪਹਿਲੇ 3 ਆਪਸ਼ਨ ਤਾਂ ਕੱਟੇ ਗਏ, ਸੋ ਇਹਦਾ ਮਤਲਬ ਡੀ ਸਹੀ ਲੱਗਦਾ ਆਪਾਂ ਨੂੰ। ਦੇਖ ਲੈਂਦੇ ਹਾਂ, ਜੈਨੂਅਨ ਪ੍ਰੇਜ਼, ਸੱਚੀ ਪ੍ਰਸ਼ੰਸਾ, ਮਤਲਬ ਜਿੱਥੇ ਬੱਚੇ ਦੀ ਪ੍ਰੇਜ਼ ਕਰਨੀ ਬਣਦੀ ਹੈ, ਠੀਕ ਹੈ, ਜਿੱਥੇ ਉਹਨੇ ਕੋਈ ਵਧੀਆ ਕੰਮ ਕੀਤਾ ਤਾਂ ਬੱਚੇ ਦੀ ਤੁਸੀਂ ਉੱਥੇ ਪ੍ਰੇਜ਼ ਕਰੋ, ਉਹਦੀ ਪ੍ਰਸ਼ੰਸਾ ਕਰੋ।
ਤਾਂ ਬੱਚਾ ਜੋ ਡੈਫੀਨੇਟਲੀ ਮੋਟੀਵੇਟ ਹੋਏਗਾ। ਸੋ ਦਾ ਰਾਈਟ ਆਂਸਰ ਫॉर क्वेश्चन नंबर 7 इज ऑप्शन डी, जेन्युइन प्रेज। हाँ जी, क्वेश्चन नंबर 8, कंडक्टिंग इंडिविजुअल इंटरव्यू इन मैथमेटिक्स क्लासरूम सिचुएशन इज इंपॉर्टेंट फॉर। ਕਹਿੰਦੇ ਗਣਿਤ ਦੀ ਜਮਾਤ ਵਿੱਚ ਵਿਅਕਤੀਗਤ ਇੰਟਰਵਿਊ ਕਰਨਾ ਮਹੱਤਵਪੂਰਨ ਹੈ, ਕਿਉਂ? ਵਿਅਕਤੀਗਤ ਇੰਟਰਵਿਊ ਨੂੰ ਇਦਾਂ ਸਮਝੋ ਕਿ ਕਈ ਵਾਰ ਜਿਵੇਂ ਆਪਣੇ ਵਾਈਵੇ ਹੁੰਦੇ ਰਹਿੰਦੇ ਨੇ ਬੱਚਿਆਂ ਦੇ ਪ੍ਰੈਕਟੀਕਲ ਟਾਈਮ ਦੇ, ਹਨਾ, ਕੱਲੇ ਬੱਚੇ ਨੂੰ ਕੁਐਸਚਨਿੰਗ ਕੀਤੀ ਜਾਂਦੀ ਹੈ ਇੰਟਰਵਿਊ ਟਾਈਪ, ਤਾਂ ਉਹ ਹਰ ਇੱਕ ਬੱਚੇ ਦੀ ਕਰਨੀ ਕਿਉਂ ਜ਼ਰੂਰੀ ਹੈ ਕਹਿੰਦੇ, ਹਨਾ। ਕੱਲੇ ਇੰਡੀਵਿਜੂਅਲ ਲਿਖਿਆ ਤਾਂ ਮਤਲਬ ਕੱਲੇ ਬੱਚੇ ਲਈ ਪੜ੍ਹ ਲੈਣੇ ਆਪਾਂ ਆਪਸ਼ਨ। ਐਸਟੈਬਲਿਸ਼ਿੰਗ ਰੈਪੋਰਟ ਵਿਦ ਦਾ ਸਟੂਡੈਂਟ, ਵਿਦਿਆਰਥੀਆਂ ਨਾਲ ਤਾਲਮੇਲ ਬਿਠਾਉਣ ਲਈ, ਠੀਕ ਹੈ, ਕਿ ਵਿਦਿਆਰਥੀਆਂ ਨਾਲ ਤਾਲਮੇਲ ਬਿਠਾਉਣ ਲਈ ਕੱਲੇ ਬੱਚੇ ਨਾਲ ਡਿਸਕਸ ਕਰਨਾ ਜ਼ਰੂਰੀ ਹੈ, ਇੰਡੀਵਿਜੂਅਲ ਇੰਟਰਵਿਊ ਕਰਨੀ ਜ਼ਰੂਰੀ ਹੈ ਮੈਥ ਦੀ ਕਲਾਸਰੂਮ ਦੇ ਵਿੱਚ। ਚਲੋ ਦੇਖ ਲੈਂਦੇ ਹਾਂ, ਪਹਿਲਾਂ ਅਗਲੀ ਆਪਸ਼ਨ ਦੇਖ ਲੈਂਦੇ ਹਾਂ ਕਿ ਕਿਹਦੀ ਵੇਟੇਜ ਜ਼ਿਆਦਾ ਸਹੀ ਹੈ, ਜਾਂ ਸਭ ਦੀ ਇਕੁਅਲ ਵੇਟੇਜ ਹੈ ਤਾਂ ਆਲ ਆਫ ਦਾ ਦੀਜ਼ ਆ ਜਾਏਗਾ। ਅਗਰ ਕੋਈ ਉੱਪਰ ਨੀਚੇ ਹੋਇਆ ਤਾਂ ਆਪਾਂ ਨੂੰ ਦੇਖਣਾ ਪਊਗਾ। ਚਲੋ ਠੀਕ ਹੈ, ਕੁਛ ਹੱਦ ਤੱਕ ਆਪਾਂ ਮੰਨ ਲੈਂਦੇ ਹਾਂ ਕਿ ਵਿਦਿਆਰਥੀਆਂ ਨਾਲ ਤਾਲਮੇਲ ਵਧਾਉਣ ਦੇ ਲਈ ਇੰਡੀਵਿਜੂਅਲ ਇੰਟਰਵਿਊ ਹੋਣੀ ਚਾਹੀਦੀ ਹੈ, ਪਰ ਅਗਰ ਟੀਚਿੰਗ ਦਾ ਲੈਵਲ ਠੀਕ ਹੈ ਤਾਂ ਬੱਚਿਆਂ ਦਾ ਤਾਲਮੇਲ ਜਿਹੜਾ ਹੈਗਾ ਟੀਚਰ ਨਾਲ ਆਪਦੇ ਆਪ ਵੀ ਬਣ ਜਾਂਦਾ ਹੈਗਾ, ਠੀਕ ਹੈ, ਅਗਰ ਉਹਨਾਂ ਨੂੰ ਉਹਨਾਂ ਦਾ ਪੜ੍ਹਾਇਆ ਹੋਇਆ ਸਮਝ ਆ ਰਿਹਾ। ਸੋ ਬੀ ਆਪਸ਼ਨ ਦੇਖਦੇ ਹਾਂ ਪਹਿਲਾਂ, ਬੈਟਰ ਅੰਡਰਸਟੈਂਡਿੰਗ ਆਫ देयर ਸੋਸ਼ੀਓ ਇਕਨੋਮਿਕ ਬੈਕਗਰਾਉਂਡ। ਕਹਿੰਦੇ ਟੀਚਰ ਤਾਂ ਇਦਾਂ ਬੱਚੇ ਨਾਲ ਗੱਲ ਕਰੇ ਕੱਲੇ ਨਾਲ ਤਾਂ ਕਿ ਵਿਦਿਆਰਥੀਆਂ ਦੇ ਸਮਾਜਿਕ ਅਤੇ ਆਰਥਿਕ ਪੱਧਰ ਦਾ ਪਤਾ ਚੱਲ ਜੇ ਉਹਨੂੰ ਸਮਝਣ ਦੇ ਲਈ, ਠੀਕ ਹੈ। ਦੇਖੋ ਇਹ ਆਪਸ਼ਨ ਜਿਹੜੀ ਹੈਗੀ ਹੈ ਜੀ, ਮੈਨੂੰ ਨਹੀਂ ਲੱਗਦਾ ਕਿ ਜ਼ਿਆਦਾ ਸਹੀ ਹੈ, ਕਿਉਂਕਿ ਅਗਰ ਕੋਈ ਸਪੈਸ਼ਲ ਚਾਈਲਡ ਹੈ, ਕਿਸੇ ਕੋਈ ਦਿੱਕਤ ਕਰ ਰਿਹਾ ਸਟੱਡੀ ਦੇ ਪ੍ਰਤੀ, ਹੈ ਨਾ, ਅਗਰ ਆਪਾਂ ਇਹ ਦੇਖਣਾ ਵੀ ਇਹਨੂੰ ਕੀ ਪ੍ਰੋਬਲਮ ਹੈ, ਕਿਉਂ ਨਹੀਂ ਪੜ੍ਹਦਾ ਪਿਆ ਇਹ, ਠੀਕ ਹੈ, ਕਿਉਂ ਮਤਲਬ ਸਹੀ ਬਿਹੇਵੀਅਰ ਨਹੀਂ ਸ਼ੋ ਕਰਦਾ ਪਿਆ, ਫਿਰ ਸ਼ਾਇਦ ਅਸੀਂ ਚਲੇ ਜਾਂਦੇ ਹਾਂ ਕਿ ਆਪਾਂ ਥੋੜਾ ਜਿਹਾ ਦੇਖ ਲਈਏ ਕਿ ਇਹਦਾ ਸੋਸ਼ਲ ਬੈਕਗਰਾਉਂਡ ਕੀ ਹੈ ਬੱਚੇ ਦਾ, ਹੈ ਨਾ, ਇਕਨੋਮਿਕ ਕੰਡੀਸ਼ਨ ਕੀ ਹੈ, ਫੈਮਿਲੀ ਦੀ ਕੰਡੀਸ਼ਨ ਕਿਸ ਤਰੀਕੇ ਦੀ ਹੈ, ਵਿਵਹਾਰ ਕਿਸ ਤਰੀਕੇ ਦਾ, ਫਿਰ ਆਪਾਂ ਦੇਖ ਸਕਦੇ ਹਾਂ। ਪਰ ਨਾਰਮਲੀ ਮੈਨੂੰ ਨਹੀਂ ਲੱਗਦਾ ਕਿ ਇਕੱਲੇ ਬੱਚੇ ਦਾ ਅਗਰ ਸਟਰੈਂਥ ਜ਼ਿਆਦਾ ਤਾਂ ਮੈਂ ਗੱਲ ਕਰ ਰਿਹਾ ਕਿ ਇੰਨਾ ਜ਼ਿਆਦਾ ਕੋਈ ਫੋਕਸ ਕਰਨ ਦੀ ਕੋਈ ਸਪੈਸੀਫਿਕ ਲੋੜ ਹੁੰਦੀ ਹੈ ਕਿ ਇਹ ਚੀਜ਼ਾਂ ਲਈ ਆਪਾਂ ਇੰਡੀਵਿਜੂਅਲ ਇੰਟਰਵਿਊ ਰੱਖੀ ਜਾਈਏ ਮੈਥਮੈਟਿਕਸ ਦੇ ਕਲਾਸਰੂਮ ਦੇ ਵਿੱਚ, ਹੈ ਨਾ। ਤਾਂ ਸੀ ਦੇਖੋ, ਆਇਡੈਂਟੀਫਾਈ ਐਰਰਸ ਐਂਡ ਡਿਸਾਈਡਿੰਗ ਔਨ ਰਿਮੀਡੀਅਲ ਸਟ੍ਰੈਟਜੀ ਫॉर, ਦੇਖੋ ਇਹ ਜ਼ਿਆਦਾ ਸਹੀ ਲੱਗ ਰਿਹਾ ਜੀ ਕੱਲੇ ਬੱਚੇ ਦੀ, ਕਿਉਂਕਿ ਆਪਾਂ ਨੂੰ ਇਹ ਪਤਾ ਲੱਗ ਜੇ ਕਿ ਉਹ ਗਲਤੀਆਂ ਕਿੱਥੇ ਕਰਦਾ ਅਤੇ ਇਹਨਾਂ ਦੀਆਂ ਉਪਚਾਰ ਨੀਤੀਆਂ ਨਿਰਧਾਰਿਤ ਕਰਨ ਲਈ ਤੇ ਫਿਰ ਉਹਨੂੰ ਰਿਮੀਡੀਅਲ ਕਿਵੇਂ ਪ੍ਰੋਵਾਈਡ ਕਰਨੀ ਹੈ। ਦੇਖੋ ਇਹ ਜਮਾ ਸਹੀ ਲੱਗਦਾ। ਆਪਾਂ ਪਹਿਲਾਂ ਗੱਲ ਵੀ ਕਰਦੇ ਰਹੇ ਹਾਂ ਕਲਾਸ ਦੇ ਵਿੱਚ ਕਿ ਮੰਨ ਲਓ ਕੋਈ ਬੱਚੇ ਨੇ, ਆਪਾਂ ਟੈਸਟ ਲਿਆ, 20 ਬੱਚਿਆਂ ਦਾ ਟੈਸਟ ਲਿਆ ਜੀ, ਉਹਦੇ ਵਿੱਚੋਂ 17 ਨੇ ਸਕੋਰ ਚੰਗਾ ਕਰ ਲਿਆ, 3 ਸਹੀ ਨਹੀਂ ਕਰ ਰਹੇ, ਤਾਂ ਉਸ ਕੇਸ ਦੇ ਵਿੱਚ ਆਪਾਂ ਉਹਨਾਂ ਦੀ ਇੰਡੀਵਿਜੂਅਲ ਇੰਟਰਵਿਊ ਕਰ ਸਕਦੇ ਹਾਂ, ਆਪਾਂ ਉਹਨਾਂ ਨਾਲ ਪੁੱਛਗਿੱਛ ਕਰ ਸਕਦੇ ਹਾਂ ਥੋੜੀ ਬਹੁਤੀ, ਠੀਕ ਹੈ, ਤਾਂ ਕਿ ਆਪਾਂ ਇਹ ਲੱਭ ਸਕੀਏ, ਕਿਉਂਕਿ ਪਹਿਲਾਂ ਤਾਂ ਅਸੀਂ ਸਟੱਡੀ ਨਾਲ ਹੀ ਰਿਲੇਟਡ ਰਹਿਣਾ ਉਹ ਬੱਚਿਆਂ ਦੇ ਨਾਲ, ਤਾਂ ਕਿ ਅਸੀਂ ਲੱਭ ਸਕੀਏ ਕਿ ਉਹ ਗਲਤੀਆਂ ਕਿੱਥੇ ਕਰ ਰਹੇ, ਉਹਨੂੰ ਕਿਹੜੇ ਪੁਆਇੰਟ ਤੇ ਉਹਨੂੰ ਸਮਝ ਨਹੀਂ ਆ ਰਹੀ, ਠੀਕ ਹੈ, ਕਿਹੜੇ ਪੁਆਇੰਟ ਤੇ ਉਹਨੂੰ ਸਮਝ ਨਹੀਂ ਆ ਰਹੇ, ਫਿਰ ਉਹ ਚੀਜ਼ਾਂ ਸਮਝ ਕੇ ਆਪਾਂ ਉਹਦੇ ਲਈ ਰਿਮੀਡੀਅਲ ਟੀਚਿੰਗ ਜਾਂ ਅਗਲੇ ਰਿਮੀਡੀਅਲ ਕਲਾਸਿਸ ਜਿਹੜੀਆਂ ਹੈਗੀਆਂ ਨੇ, ਉਪਚਾਰ ਨੀਤੀਆਂ ਆਪਾਂ ਡਿਸਾਈਡ ਕਰ ਸਕੀਏ। ਸੋ ਇਹ ਆਪਸ਼ਨ ਜ਼ਿਆਦਾ ਵੇਟੇਜ ਵਾਲੀ ਹੈ ਜੀ, ਪਹਿਲੇ ਏ ਤੇ ਬੀ ਨਾਲੋਂ, ਹੈ ਨਾ, ਬਹੁਤ ਜ਼ਿਆਦਾ ਵੇਟੇਜ ਵਾਲੀ ਹੈ। ਸੋ ਡੀ ਜਿਹੜਾ ਹੈਗਾ ਫਿਰ ਡੀ ਨਹੀਂ ਆਊਗਾ। ਸੋ ਰਾਈਟ ਆਂਸਰ ਇਸ ਕੁਐਸਚਨ ਦਾ ਕੀ ਆਊਗਾ? ਆਪਸ਼ਨ ਸੀ ਹੀ ਆਊਗਾ। ਸੋ ਬਹੁਤੀ ਵਾਰ ਅਸੀਂ ਉਲਝ ਜਾਂਦੇ ਹਾਂ ਕਿ ਉੱਪਰਲੇ ਵੀ ਥੋੜੇ ਸਹੀ ਹੈ, ਪਰ ਆਲ ਆਫ ਦਾ ਅਬਵ ਤਾਂ ਹੁੰਦਾ ਜੀ ਜੇ ਮਤਲਬ ਸਭ ਦੀ ਵੇਟੇਜ ਇੱਕੋ ਜੀ ਹੁੰਦੀ, ਫਿਰ ਆਪਾਂ ਲਿਖ ਦਿੰਦੇ ਆਲ ਆਫ ਦਾ ਅਬਵ। ਪਰ ਪਹਿਲੇ ਦੋ ਆਪਸ਼ਨਾਂ ਦੀ, ਠੀਕ ਹੈ, ਕੋਈ ਜ਼ਿਆਦਾ ਲੋੜ ਨਹੀਂ ਹੈਗੀ, ਕਿਸੇ ਸਪੈਸੀਫਿਕ ਕੰਡੀਸ਼ਨ ਤੇ ਹੀ ਲੋੜ ਪਊਗੀ। ਸੋ ਅਗਰ ਪੇਪਰ ਦੇ ਅਕੋਰਡਿੰਗ ਵੀ ਆਪਾਂ ਦੇਖੀਏ ਤਾਂ ਉਹਨਾਂ ਨੇ ਵੀ ਜੋ ਸਹੀ ਆਂਸਰ ਲਾਇਆ ਸੀ ਉਹ ਕੀ ਲਾਇਆ ਸੀ? ਆਪਸ਼ਨ ਸੀ ਹੀ ਲਾਇਆ ਸੀ, ਰਿਮੀਡੀਅਲ ਸਟ੍ਰੈਟਜੀ ਵਾਲਾ, ਉਪਚਾਰਿਕ ਨੀਤੀਆਂ ਵਾਲਾ। ਸੋ ਦਾ ਰਾਈਟ ਆਂਸਰ ਇਜ਼ ਆਪਸ਼ਨ ਸੀ। ਹਾਂਜੀ, ਕੁਐਸਚਨ ਨੰਬਰ 9, ਚਿਲਡਰਨ ਲਰਨ ਟੂ ਇੰਜੋਏ ਮੈਥਮੈਟਿਕਸ ਇਫ, ਕਹਿੰਦੇ ਬੱਚੇ ਮੈਥ ਨੂੰ ਜਿਹੜਾ ਹੈਗਾ ਇੰਜੋਏ ਕਰਨਗੇ ਜੇਕਰ, ਹੈ ਨਾ, ਕਰਿਕੂਲਮ ਇਜ਼ ਲੈਸ, ਕਹਿੰਦੇ ਜੇ ਪਾਠਕ੍ਰਮ ਘੱਟ ਹੋਵੇ, ਚਲੋ ਕੁਛ ਹੱਦ ਤੱਕ ਮੰਨ ਲੈਂਦੇ ਆ, ਐਕਟੀਵਿਟੀ ਬੇਸਡ ਟੀਚਿੰਗ ਇਜ਼ ਡਨ ਇਨ ਦਾ ਕਲਾਸ, ਕਹਿੰਦੇ ਜੇ ਜਮਾਤ ਵਿੱਚ ਗਤੀਵਿਧੀ ਆਧਾਰਿਤ ਅਧਿਆਪਨ ਹੋਵੇ, ਮਤਲਬ ਐਕਟੀਵਿਟੀ ਬੇਸਡ ਜਾਂ ਫਿਰ ਪ੍ਰੈਕਟੀਕਲ ਤਰੀਕੇ ਦੇ ਨਾਲ ਜੋ ਟੀਚਿੰਗ ਕਰਵਾਈ ਜਾ ਸਕੇ। ਈਵਨ ਮੈਥ ਦੇ ਵਿੱਚ ਵੀ ਜੋ ਫਾਰਮੂਲੇ ਹੁੰਦੇ ਨੇ ਨਾ, ਉਹਨਾਂ ਨੂੰ ਵੀ ਅਸੀਂ ਐਕਟੀਵਿਟੀ ਦੇ ਰੂਪ ਦੇ ਵਿੱਚ ਕਰਵਾ ਸਕਦੇ ਹਾਂ, ਜਿਨ੍ਹਾਂ ਨਾਲ ਬੱਚੇ ਬੈਟਰ ਸਮਝ ਆਉਂਦਾ ਬੱਚਿਆਂ ਨੂੰ ਤੇ ਉਹ ਲੌਂਗ ਟਰਮ ਲਈ ਯਾਦ ਰੱਖਦੇ ਨੇ। ਸੋ ਬੀ ਆਪਸ਼ਨ ਜਿਹੜੀ ਹੈਗੀ ਉਹ ਜ਼ਿਆਦਾ ਵੇਟੇਜ ਵਾਲੀ ਲੱਗਦੀ ਹੈ। ਸੀ ਦੇਖੋ, ਓਪਨ ਬੁੱਕ ਐਗਜ਼ਾਮੀਨੇਸ਼ਨ ਇਜ਼ ਇੰਟਰੋਡਿਊਸ, ਖੁੱਲੀ ਕਿਤਾਬ ਪ੍ਰੀਖਿਆ ਸ਼ੁਰੂ ਕੀਤੀ ਜਾਵੇ, ਕਹਿੰਦੇ ਮਤਲਬ ਬੱਚਿਆਂ ਨੂੰ ਕਹਿ ਦੋ ਕਿ ਪੇਪਰ ਚੱਲਦਾ ਪਿਆ ਭਾਈ, ਕਿ ਮਾਰ ਲਓ ਨਕਲ, ਜਿੱਥੋਂ ਮਰਜ਼ੀ ਦੇਖ ਕੇ ਲਿਖਣਾ ਲਿਖ ਦੋ, ਠੀਕ ਹੈ, ਫਿਰ ਤਾਂ ਬੱਚੇ ਪੜ੍ਹਨਗੇ ਕੀ, ਫਿਰ ਤਾਂ ਕੀ ਇੰਜੋਏ ਕਰਨਗੇ ਉਹ, ਹੈ ਨਾ, ਮਤਲਬ ਫਿਰ ਤਾਂ ਉਹ ਪੜ੍ਹਨੀ ਛੱਡ ਦੇਣਗੇ, ਉਹਨਾਂ ਨੂੰ ਪਤਾ ਹੈ ਮੈਥ ਹੀ ਪੜ੍ਹਨਾ ਛੱਡ ਦੇਣਗੇ, ਤਾਂ ਇੰਜੋਏ ਕਰਨਾ ਤਾਂ ਫਿਰ ਬਾਅਦ ਦੇ ਵਿੱਚ ਅਲੱਗ ਗੱਲ ਆ ਗਈ ਨਾ, ਇੰਜੋਏ ਵੀ ਕਰਨਾ ਕਿਹਨੂੰ? ਮੈਥਮੈਟਿਕਸ ਨੂੰ। ਤਾਂ ਦੇਖੋ ਸੀ ਆਪਸ਼ਨ ਦਾ ਸਿੱਧੀ ਨੈਗਲੈਕਟ ਹੋ ਜਾਂਦਾ ਆਪਣਾ, ਸੋ ਇਹ ਵੀ ਨੈਗਲੈਕਟ ਹੀ ਹੋਏਗਾ ਆਪਣਾ।
ਉਹਦੀ ਵੇਟੇਜ ਵੀ ਘੱਟ ਹੈ, ਕਰਿਕੂਲਮ ਇਜ਼ ਲੈਸ, ਉਹ ਤਾਂ ਪਹਿਲਾਂ ਹੀ ਲੈਸ ਹੈ। ਕਰਿਕੂਲਮ ਨਾਲ ਉਹ ਤਾਂ ਦੇਖੋ ਜੋ ਗਵਰਨਮੈਂਟ ਹੈ ਪ੍ਰੋਪਰ ਵੇ ਨਾਲ ਡਿਸਾਈਡ ਕਰਕੇ ਹੀ ਰੱਖਦੀ ਹੈ, ਠੀਕ ਹੈ, ਜੋ ਵੀ ਬੱਚਿਆਂ ਦੇ ਲੈਵਲ ਦਾ ਹੁੰਦਾ, ਜਿਵੇਂ 6 ਨੂੰ ਥੋੜਾ ਘੱਟ ਹੁੰਦਾ, 7 ਤੇ ਥੋੜਾ ਜਿਹਾ ਹੋਰ ਵੱਧ ਥੋੜਾ ਪ੍ਰੈਸ਼ਰ ਪਾਇਆ ਜਾਂਦਾ ਕਹਿ ਲਓ, ਜਾਂ ਥੋੜਾ ਜਿਹਾ ਉਹਦਾ ਸਿਲੇਬਸ ਵਧਾਇਆ ਜਾਂਦਾ, 8 ਦਾ ਹੋਰ ਜ਼ਿਆਦਾ ਹੋ ਜਾਂਦਾ ਜੀ, ਠੀਕ ਹੈ। ਸੋ ਇਹ ਤਾਂ ਚੀਜ਼ਾਂ ਪਹਿਲਾਂ ਹੀ ਡਿਸਾਈਡਡ ਹੁੰਦੀਆਂ ਨੇ, ਪ੍ਰੀ ਡਿਸਾਈਡਡ ਹੁੰਦੀਆਂ ਨੇ। ਸੋ ਮੈਥ ਨੂੰ ਬੱਚੇ ਉਦੋਂ ਇੰਜੋਏ ਕਰਨਗੇ ਜਿਸ ਤਰੀਕੇ ਨਾਲ ਸਾਇੰਸ ਦੇ ਵਿੱਚ ਐਕਟੀਵਿਟੀਆਂ ਹੁੰਦੀਆਂ ਨੇ, ਅਗਰ ਐਕਟੀਵਿਟੀ ਬੇਸਡ ਟੀਚਿੰਗ ਹੋਊਗੀ ਕਲਾਸ ਦੇ ਵਿੱਚ, ਮਤਲਬ ਜਮਾਤ ਦੇ ਵਿੱਚ ਗਤੀਵਿਧੀ ਆਧਾਰਿਤ ਅਧਿਆਪਨ ਹੋਵੇ। ਸੋ ਇੱਥੇ ਵੀ ਦੇਖੋ ਪਿਛਲੇ ਕੁਐਸਚਨ 'ਚ ਵੀ ਦੇਖੋ ਆਲ ਆਫ ਦਾ ਅਬਵ ਨਹੀਂ ਆਇਆ ਸੀ, ਇੱਥੇ ਵੀ ਆਲ ਆਫ ਦਾ ਅਬਵ ਨਹੀਂ ਆਇਆ ਸੀ। ਸੋ ਆਲ ਆਫ ਦਾ ਅਬਵ ਤੁਹਾਨੂੰ ਕਨਫਿਊਜ਼ ਕਰਨ ਲਈ ਬਹੁਤ ਵਾਰ ਮਿਲੂਗਾ, ਸਪੈਸ਼ਲੀ ਪੈਡਾਗੋਜੀ ਦੇ ਵਿੱਚ, ਪਰ ਤੁਸੀਂ ਧਿਆਨ ਰੱਖਣਾ ਕਿ ਆਨਸਰ ਤੁਹਾਡਾ ਸਹੀ ਕੀ ਆਊਗਾ ਪੂਰੀਆਂ ਆਪਸ਼ਨ ਨੂੰ ਚੰਗੀ ਤਰ੍ਹਾਂ ਪੜ੍ਹਦੇ ਹੋਏ। ਹਾਂਜੀ, ਲਾਸਟ ਕੁਐਸਚਨ ਦੇਖਦੇ ਹਾਂ ਆਪਾਂ, ਕੁਐਸਚਨ ਨੰਬਰ 10। ਸੋ ਇਹ ਕੁਐਸਚਨ ਕਰਨ ਤੋਂ ਪਹਿਲਾਂ ਅਗਰ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਜ਼ਰੂਰ ਇਹਨੂੰ ਲਾਈਕ ਕਰ ਦਿਓ ਜੀ, ਕੁਝ ਸਿੱਖਣ ਨੂੰ ਮਿਲਦਾ ਪਿਆ। ਐਂਡ ਇਸ ਫ੍ਰੀ ਐਜੂਕੇਸ਼ਨ ਨੂੰ ਆਪਣੇ ਵੱਧ ਤੋਂ ਵੱਧ ਸਾਥੀਆਂ ਤੱਕ ਜ਼ਰੂਰ ਸ਼ੇਅਰ ਕਰੋ, ਵੱਧ ਤੋਂ ਵੱਧ ਗਰੁੱਪ ਦੇ ਵਿੱਚ ਜ਼ਰੂਰ ਸ਼ੇਅਰ ਕਰੋ, ਤਾਂ ਕਿ ਵੱਧ ਤੋਂ ਵੱਧ ਬੱਚਿਆਂ ਤੱਕ ਇਹ ਫ੍ਰੀ ਐਜੂਕੇਸ਼ਨ ਪਹੁੰਚ ਸਕੇ, ਜਿਸ ਦੇ ਨਾਲ ਉਹਨਾਂ ਦਾ ਜੋ ਪੇਪਰ ਕਲੀਅਰ ਕਰਨ ਦੇ ਵਿੱਚ ਆਪਣੀ ਉਹ ਹੈਲਪ ਲੈ ਸਕਣ ਇਹਨਾਂ ਵੀਡੀਓਜ਼ ਨੂੰ ਸੁਣ ਕੇ, ਦੇਖ ਕੇ, ਲਿਖ ਕੇ। ਸੋ ਅਗਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਜ਼ਰੂਰ ਕਰ ਦਿਓ ਜੀ। ਚਲੋ ਲਾਸਟ ਕੁਐਸਚਨ ਕਰਦੇ ਹਾਂ। In the light of the tall shape of the mathematics, the nature of mathematics is, ਇੱਕ ਨਾ ਨਾਰਮਲੀ ਲਾਈਨ ਲਿਖੀ ਹੁੰਦੀ ਹੈ, the tall shape of the mathematics, ਮਤਲਬ ਗਣਿਤ ਦੇ ਲੰਬੇ ਆਕਾਰ ਦਾ ਕੀ ਮਤਲਬ ਹੈ ਨਾ। ਤਾਂ ਲੰਬੇ ਆਕਾਰ ਦਾ ਕੀ ਮਤਲਬ ਹੈ ਉਹ ਅਸੀਂ ਸਮਝਣਾ, ਮੈਂ ਇੱਕ ਵਾਰ ਦੱਸ ਦਿੰਦਾ ਕਿ ਇਹਦਾ ਮੀਨਿੰਗ ਕੀ ਹੁੰਦਾ ਹੈਗਾ। ਇਹਦਾ ਮਤਲਬ ਇਹ ਹੈ ਜੀ ਕਿ ਮੈਥ ਦੇ ਵਿੱਚ ਅਸੀਂ ਅਲੱਗ-ਅਲੱਗ ਟੌਪਿਕ ਪੜ੍ਹਦੇ ਹਾਂ, ਕਿ ਅਸੀਂ ਇੱਕ ਟੌਪਿਕ ਤੋਂ ਅਗਲੇ ਟੌਪਿਕ ਤੱਕ, ਹੈ ਨਾ, ਮੰਨ ਲਓ ਇੱਕ ਟੌਪਿਕ ਤੋਂ ਮੈਥ ਦੇ ਵਿੱਚ ਆਪਾਂ ਕੋਈ ਟੌਪਿਕ ਪੜ੍ਹਿਆ, ਇੱਕ ਟੌਪਿਕ ਤੋਂ ਅਗਲੇ ਟੌਪਿਕ ਤੱਕ, ਹੈ ਨਾ, ਜਾਂਦੇ ਜਾਂਦੇ ਆਪਾਂ ਨੂੰ ਜੋ ਪਹਿਲਾ ਟੌਪਿਕ ਹੈ ਨਾ, ਉਹਦੀ ਜੋ ਪੂਰੀ ਮਾਸਟਰੀ ਹੋਣੀ ਚਾਹੀਦੀ ਹੈ ਜੀ, ਠੀਕ ਹੈ। ਪਹਿਲੇ ਟੌਪਿਕ ਦੀ ਪੂਰੀ ਜਦੋਂ ਮਾਸਟਰੀ ਹੋ ਗਈ ਫਿਰ ਆਪਾਂ ਅਗਲੇ ਟੌਪਿਕ ਤੇ ਜਾਈਏ ਤਾਂ ਬੈਟਰ ਹੈ। ਸੋ ਇਹੀ ਗੱਲ ਕਹਿੰਦਾ ਹੈਗਾ ਟਾਲ ਸ਼ੇਪ ਆਫ ਦਾ ਮੈਥਮੈਟਿਕਸ, ਕਿ ਪਹਿਲਾਂ ਨੀਚੇ ਵਾਲਾ ਜਿਵੇਂ 6 ਦੇ ਵਿੱਚ ਜੋ ਮੈਥ ਦੇ ਟੌਪਿਕ ਆਉਂਦੇ ਨੇ ਉਹ ਕਲੀਅਰ ਕਰੋ, ਠੀਕ ਹੈ, ਪ੍ਰੋਪਰ ਉਹਨਾਂ 'ਚ ਮਾਸਟਰੀ ਹੋਵੇ, ਫਿਰ 7th ਵਾਲਿਆਂ 'ਚ ਹੋਊਗੀ, ਫਿਰ 8th ਵਾਲਿਆਂ 'ਚ ਹੋਊਗੀ, ਮਤਲਬ ਇੱਦਾਂ ਅਸੀਂ ਅੱਗੇ ਵੱਧਦੇ ਜਾਣਾ, ਇੱਕ ਸੀਕੁਐਂਸ ਦੇ ਵਿੱਚ ਅਸੀਂ ਅੱਗੇ ਵੱਧਦੇ ਜਾਣਾਗਾ, ਹੈ ਨਾ। ਪਹਿਲਾਂ ਲੋਅਰ ਲੈਵਲ ਟੌਪਿਕ ਦੀ ਮਾਸਟਰੀ, ਫਿਰ ਅਗਲੇ ਦੀ ਮਾਸਟਰੀ, ਸੋ ਇੱਕ ਸੀਕੁਐਂਸ ਬਣ ਗਈ ਇਹ। ਤਾਂ ਇਹਦੇ ਵਿੱਚੋਂ ਦੇਖੋ ਇਹ ਕਿਹਦੇ ਨਾਲ ਰਿਲੇਟ ਕਰਦਾ ਹੈ, ਇਹ ਆਪਸ਼ਨ ਮੈਥਮੈਟਿਕਸ ਇਜ਼ ਦਾ ਮੋਸਟ ਵੈਲਿਊਏਬਲ ਸਕੂਲ ਸਬਜੈਕਟ। ਕਹਿੰਦਾ ਇਹਦਾ ਮਤਲਬ ਇਹ ਹੈ ਕਿ ਗਣਿਤ ਸਭ ਤੋਂ ਉਪਯੋਗੀ ਸਕੂਲ ਵਿਸ਼ਾ ਉਹ ਤਾਂ ਹੈਗਾ, ਪਰ ਟਾਲ ਸ਼ੇਪ ਆਫ ਦਾ ਮੈਥਮੈਟਿਕਸ ਦਾ ਮਤਲਬ ਨਹੀਂ ਹੈਗਾ ਜੀ, ਹੈ ਨਾ। ਵੈਸੇ ਤਾਂ ਉਪਯੋਗੀ ਵਿਸ਼ੇ ਸਾਰੇ ਹੀ ਨੇ, ਜ਼ਰੂਰੀ ਨਹੀਂ ਇਕੱਲਾ ਮੈਥ ਹੈ, ਸਭ ਦੀ ਇਕੁਅਲ ਵੇਟੇਜ ਹੈ, ਸਾਰੇ ਇੰਟਰਲੇਟਡ ਨੇ। ਸੋ ਟਾਲ ਸ਼ੇਪ ਆਫ ਦਾ ਮੈਥਮੈਟਿਕਸ ਗਣਿਤ ਦੇ ਲੰਬੇ ਆਕਾਰ ਦਾ ਮਤਲਬ ਇਹ ਨਹੀਂ ਹੈਗਾ, ਠੀਕ ਹੈ। ਅੱਗੇ ਮੈਥਮੈਟਿਕਸ ਇਜ਼ ਨੀਡਡ ਟੂ ਬੀ ਲਰਨ ਸੀਕੁਐਂਟਲੀ, ਦੇਖੋ ਇੱਥੇ ਆ ਗਿਆ ਸੀਕੁਐਂਸ, ਹੈ ਨਾ, ਇੱਥੇ ਸ਼ਬਦ ਵਰਤਿਆ ਗਿਆ ਸੀਕੁਐਂਸ, ਕਿ ਗਣਿਤ ਨੂੰ ਕ੍ਰਮਬੱਧ ਰੂਪ ਵਿੱਚ ਸਿੱਖਣ ਦੀ ਲੋੜ ਹੈ ਜੀ। ਉਹੀ ਚੀਜ਼ ਆ ਗਈ ਕਿ ਪਹਿਲਾਂ ਥੱਲੇ ਵਾਲੇ ਟੌਪਿਕ ਦੀ ਮਾਸਟਰੀ, ਫਿਰ ਅਗਲੇ ਵਾਲੇ ਦੀ, ਮਤਲਬ ਇੱਕ ਸੀਕੁਐਂਸ ਦੇ ਵਿੱਚ ਗਣਿਤ ਨੂੰ ਸਿੱਖਦੇ ਜਾਓ। ਸੋ ਆਪਣਾ ਰਾਈਟ ਆਨਸਰ ਬੀ ਹੀ ਆਊਗਾ, ਇਹਦਾ ਆਪਸ਼ਨ ਬੀ ਹੀ ਆਊਗਾ। ਪਹਿਲਾਂ ਅਗਲੇ ਪੜ੍ਹ ਲੈਂਦੇ ਆ। ਮੈਥਮੈਟਿਕਸ ਇਜ਼ ਨੀਡਡ ਟੂ ਲਰਨ ਇਨ ਡੈਪਥ, ਕਹਿੰਦੇ ਬਹੁਤ ਡੂੰਘਾਈ ਨਾਲ, ਗਹਿਰਾਈ ਨਾਲ ਮੈਥ ਸਿੱਖਣ ਦੀ ਲੋੜ ਹੈ। ਚਲੋ ਲੋੜ ਹੈ, ਪਰ ਟਾਲ ਸ਼ੇਪ ਆਫ ਦਾ ਮੈਥਮੈਟਿਕਸ ਦਾ ਮਤਲਬ ਇਹ ਨਹੀਂ ਹੈਗਾ, ਸੋ ਇਹ ਵੀ ਗਲਤ ਹੈਗਾ। ਅੱਗੇ ਮੈਥਮੈਟਿਕਸ ਇਜ਼ ਅਪਲਾਈ ਟੂ ਆਲ ਅਦਰ ਸਬਜੈਕਟ, ਅਪਲਾਈ ਹੁੰਦਾ ਵੀ ਹੈ ਜੀ ਬਹੁਤ ਜਗ੍ਹਾ ਤੇ, ਸਾਇੰਸ ਦੇ ਵਿੱਚ ਵੀ ਮੈਥ ਆਉਂਦਾ, ਹੋਰ ਵਿਸ਼ਿਆਂ 'ਚ ਵੀ ਆ ਜਾਂਦਾ। ਸੋ ਗਣਿਤ ਨੂੰ ਸਕੂਲ ਦੇ ਬਾਕੀ ਵਿਸ਼ਿਆਂ ਵਿੱਚ ਲਾਗੂ ਕੀਤਾ ਜਾਂਦਾ ਹੈ। ਸੋ ਟਾਲ ਸ਼ੇਪ ਆਫ ਦਾ ਮੈਥਮੈਟਿਕਸ ਦਾ ਮਤਲਬ ਇਹ ਵੀ ਨਹੀਂ ਹੈਗਾ। ਸੋ ਟਾਲ ਸ਼ੇਪ ਆਫ ਦਾ ਮੈਥਮੈਟਿਕਸ ਦਾ ਕੀ ਮੀਨਿੰਗ ਹੈ ਜੀ, ਕਿ ਮੈਥਮੈਟਿਕਸ ਨੂੰ ਇੱਕ ਸੀਕੁਐਂਸ ਦੇ ਵਿੱਚ, ਹੈ ਨਾ, ਸਿੱਖਿਆ ਜਾਵੇ, ਗਣਿਤ ਨੂੰ ਕ੍ਰਮਬੱਧ ਰੂਪ ਵਿੱਚ ਸਿੱਖਣ ਦੀ ਲੋੜ ਹੈ। ਸੋ ਆਪਸ਼ਨ ਬੀ ਇਜ਼ ਦਾ ਕਰੈਕਟ ਆਨਸਰ ਫॉर ਕੁਐਸਚਨ ਨੰਬਰ 10। ਸੋ ਹੋਪਫੁਲੀ ਤੁਹਾਨੂੰ ਇਹ ਵੀਡੀਓ ਸਮਝ ਆਈ ਹੋਊਗੀ, ਕੁਝ ਯੂਜ਼ਫੁਲ ਸਿੱਖਣ ਨੂੰ ਮਿਲਿਆ ਹੋਊਗਾ। ਸੋ ਇਸ ਵੀਡੀਓ ਦੇ ਵਿੱਚ ਹੀ ਕਾਫੀ ਕੁਐਸਚਨ ਤਾਂ ਤੁਹਾਨੂੰ ਮੈਨੂੰ ਲੱਗਦਾ ਕਿ ਰਿਪੀਟ ਹੋ ਜਾਣਗੇ, ਜਾਂ ਇਦਾਂ ਦੇ ਹੀ ਤੁਹਾਨੂੰ ਕੁਐਸਚਨ ਪੇਪਰ ਦੇ ਵਿੱਚ ਦੇਖਣ ਨੂੰ ਮਿਲਣਗੇ। ਜਿਵੇਂ 2 ਤੋਂ 3 ਕੁਐਸਚਨ ਆਪਾਂ ਪ੍ਰੋਜੈਕਟ ਵਰਕ ਦੇ ਵੀ ਕੀਤੇ, ਉੱਥੋਂ ਵੀ ਕੁਐਸਚਨ ਆ ਜਾਂਦਾ ਹੈਗਾ, ਠੀਕ ਹੈ। ਲੈਕਚਰ ਮੈਥਡ ਕਈ ਵਾਰ ਅਸੀਂ ਟਿਕ ਕਰ ਦਿੰਦੇ ਹਾਂ, ਪਰ ਤੁਹਾਨੂੰ ਪਤਾ ਹੋਵੇ ਕਿ ਲੈਕਚਰ ਮੈਥਡ ਟੀਚਰ ਸੈਂਟਰਡ ਮੈਥਡ ਹੈ। ਸੋ ਬਹੁਤ ਸਾਰਾ ਯੂਜ਼ਫੁਲ ਜਿਹੜੀਆਂ ਚੀਜ਼ਾਂ ਨੇ ਇੱਥੋਂ ਸਿੱਖਣ ਨੂੰ ਆਪਾਂ ਨੂੰ ਮਿਲਦੀਆਂ ਨੇ ਇਹਨਾਂ MCQ ਤੋਂ ਵੀ। So that's all for today ji. So thank you so much for watching.